Hello dear aspirants, I welcome you all in this beautiful platform of Burma Academy। ਸੋ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਆਪਾਂ ਜਿਹੜਾ ਇਸ ਪਲੇਟਫਾਰਮ ਦੇ ਉੱਤੇ ਤੁਹਾਡੇ ਲਈ ਫ੍ਰੀ ਆਫ ਕਾਸਟ ਹੈ ਜਿਹੜਾ ਕਲਾਸਿਸ ਨੂੰ ਅਪਲੋਡ ਕਰ ਰਹੇ ਹਾਂ ਤਾਂ ਜੋ ਤੁਹਾਡੇ ਜਿਹੜੇ ਵੀ ਐਗਜ਼ਾਮ ਤੁਸੀਂ ਪ੍ਰਿਪੇਅਰ ਕਰ ਰਹੇ ਹੋ ਉਹਨਾਂ ਦੇ ਵਿੱਚ ਤੁਹਾਨੂੰ ਹੈਲਪ ਹੋ ਸਕੇ। ਹਾਂਜੀ ਤਾਂ ਆਪਾਂ ਜਿਹੜਾ ਹੈਗਾ vocab ਦਾ ਪੋਰਸ਼ਨ ਸਟਾਰਟ ਕੀਤਾ ਹੈ ਜਿਹਦੇ ਵਿੱਚ ਆਪਾਂ ਇੰਗਲਿਸ਼ vocab ਨਾਲ ਰਿਲੇਟਡ ਪੋਰਸ਼ਨ ਹੈ ਜਿਹੜਾ ਉਹ ਡਿਸਕਸ ਕਰਦੇ ਹਾਂ ਵਿਦ ਟ੍ਰਿਕਸ ਐਂਡ ਨਿਮੋਨਿਕਸ। ਤਾਂ ਅੱਜ ਦੀ ਜਿਹੜੀ ਤੁਹਾਡੀ ਕਲਾਸ ਹੈ 11th ਕਲਾਸ ਹੈ। ਇਸ ਤੋਂ ਪਹਿਲਾਂ ਆਪਾਂ 10 ਕਲਾਸਿਸ ਹੈ ਜਿਹੜੀਆਂ ਇੰਗਲਿਸ਼ vocab ਦੇ ਉੱਤੇ ਲੈ ਕੇ ਆ ਚੁੱਕੇ ਹਾਂ। ਆਈ ਹੋਪ ਤੁਸੀਂ ਇਹ ਜਿਹੜਾ ਕਲਾਸਿਸ ਅਟੈਂਡ ਕੀਤੀਆਂ ਹੋਣਗੀਆਂ ਪਲੱਸ ਜਿੰਨੀ ਵੀ vocab ਆਪਾਂ ਉਹਨੇ 10 ਕਲਾਸਿਸ ਦੇ ਵਿੱਚ ਡਿਸਕਸ ਕੀਤੀ ਹੈ। ਆਈ ਹੋਪ ਤੁਸੀਂ ਉਹ ਵੀ ਜਿਹੜੀ ਹੈਗੀ ਜਾਣਕਾਰੀ ਹੋਏਗੀ ਤੇ ਤੁਹਾਡੇ ਜਿਹੜਾ ਉਹ ਕਲੈਮ ਹੋ ਗਈ ਹੋਏਗੀ ਪੱਕੇ ਤਰੀਕੇ ਨਾਲ ਜਿਹੜਾ ਤੁਹਾਨੂੰ ਜੇ ਉਹਨਾਂ 'ਚ ਕੋਈ ਕੁਐਸਚਨ ਪੁੱਛਿਆ ਜਾਂਦਾ ਹੈ ਤਾਂ ਤੁਸੀਂ ਉਹਨਾਂ ਨੂੰ ਹੈਂਡਲ ਕਰ ਲਓਗੇ ਮਤਲਬ ਜਿਹੜਾ ਕੁਐਸਚਨ ਹੈ ਤੁਹਾਡਾ ਉਹ ਸੋਲਵ ਹੋ ਸਕਦਾ ਹੈ। ਹਾਂਜੀ ਤਾਂ ਅੱਜ ਪਹਿਲਾਂ ਆਪਾਂ ਕਲਾਸ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਟੈਲੀਗ੍ਰਾਮ ਗਰੁੱਪ ਦੇ ਬਾਰੇ ਥੋੜੀ ਜਿਹੀ ਜਾਣਕਾਰੀ ਦੇ ਦਈਏ। ਤਾਂ ਜਿੰਨੇ ਵੀ ਤੁਹਾਡੇ YouTube ਦੇ ਉੱਤੇ ਸੈਸ਼ਨ ਹੁੰਦੇ ਆ ਮੋਸਟਲੀ ਸਟੂਡੈਂਟ ਹੁੰਦੇ ਆ ਜੋ ਆਪਣੇ ਨੋਟਸ ਆ ਜਿਹੜੇ ਆਪਣੇ ਹੈਂਡ ਰਿਟਨ ਨੋਟਸ ਬਣਾਉਣ ਦੇ ਵਿੱਚ ਯਕੀਨ ਰੱਖਦੇ ਆ ਤਾਂ ਉਹਨਾਂ ਨੂੰ ਹੁੰਦਾ ਹੈ ਕਿ ਆਪਾਂ ਬਸ ਨੋਟਸ ਹੈਂਡ ਰਿਟਨ ਬਣਾ ਲਾਂਗੇ ਤਾਂ ਉੱਥੇ ਰਿਵਾਈਜ਼ ਹੋ ਜਾਊਗਾ। ਬਟ ਕੁਝ ਕੁ ਸਟੂਡੈਂਟ ਹੁੰਦੇ ਆ ਜਿਨ੍ਹਾਂ ਦੇ ਕੋਲ ਕਹਿ ਸਕਦੇ ਟਾਈਮ ਸ਼ਾਰਟੇਜ ਹੁੰਦੀ ਹੈ ਜਾਂ ਫਿਰ ਟਾਈਮ ਨਹੀਂ ਲੱਗਦਾ ਹੈਗਾ ਕਿ ਨੋਟਸ ਬਣਾਏ ਜਾਣ ਤਾਂ ਉਹਨਾਂ ਦੇ ਵਾਸਤੇ ਜਿਹੜਾ ਇੱਕ ਇਨੀਸ਼ੀਏਟਿਵ ਹੈ ਕਿ YouTube ਦੇ ਉੱਤੇ ਜਿੰਨੇ ਵੀ ਸੈਸ਼ਨ ਹੋਣਗੇ ਉਹਨਾਂ ਦੀ ਤੁਹਾਨੂੰ ਜਿਹੜੀ ਪੀਪੀਟੀ ਹੋਏਗੀ ਉਹ ਪੀਪੀਟੀ ਸਿਰਫ ਤੁਹਾਨੂੰ ਕਲਾਸ ਦੀ ਨਹੀਂ ਹੋਏਗੀ ਜਿੰਨਾ ਵੀ ਕੁਝ ਆਪਾਂ ਕਲਾਸ ਦੇ ਵਿੱਚ ਨੋਟ ਕਰਦੇ ਆ ਉਹਨਾਂ ਨਾਲ ਰਿਲੇਟਡ ਜਿਹੜੇ ਵੀ ਸਾਰੇ ਵਰਡਸ ਹੋਣਗੇ ਤੁਹਾਨੂੰ ਪੀਪੀਟੀ ਦੇ ਵਿੱਚ ਮਿਲ ਜਾਣਗੇ। ਮਤਲਬ ਕਿ ਤੁਹਾਡੇ ਕੋਲ ਐਨੋਟੇਸ਼ਨ ਪੀਪੀਟੀ ਹੈ ਜਿਹੜੀ ਉਹ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਏਗੀ ਟੈਲੀਗ੍ਰਾਮ ਗਰੁੱਪ ਦੇ ਉੱਤੇ ਤੇ ਤੁਸੀਂ ਇਹ ਜਿਹੜਾ ਉੱਥੋਂ ਪੀਪੀਟੀ ਪ੍ਰਾਪਤ ਕਰ ਸਕਦੇ ਹੋ। ਹਾਂਜੀ ਤਾਂ ਇਸ ਤੋਂ ਇਲਾਵਾ ਜਿਹੜੀਆਂ ਕੁਝ ਕੁ ਇੰਪੋਰਟੈਂਟ ਨੋਟੀਫਿਕੇਸ਼ਨਸ ਆਉਣੀਆਂ ਕਿਸੇ ਐਗਜ਼ਾਮ ਨਾਲ ਰਿਲੇਟਡ ਹੋਗੀ ਤਾਂ ਤੁਹਾਡੇ ਪਰਟੀਕੁਲਰ ਕਿਸੇ ਐਗਜ਼ਾਮ ਨਾਲ ਰਿਲੇਟਡ ਕੋਈ ਨੋਟੀਫਿਕੇਸ਼ਨ ਹੈ ਜੋ ਆਪਣੀਆਂ ਕਲਾਸਿਸ ਅਪਲੋਡ ਹੁੰਦੀਆਂ ਉਹਨਾਂ ਨਾਲ ਰਿਲੇਟਡ ਨੋਟੀਫਿਕੇਸ਼ਨਸ ਨੇ ਉਹ ਸਾਰੀਆਂ ਤੁਹਾਨੂੰ ਇਸ ਟੈਲੀਗ੍ਰਾਮ ਗਰੁੱਪ ਦੇ ਉੱਤੇ ਮਿਲ ਜਾਂਦੀਆਂ। ਸੈਕੰਡ ਚੀਜ਼ ਜਿਹੜੀ ਹੈਗੀ ਤੁਹਾਡੇ ਕੋਲ ਇਸ ਟੈਲੀਗ੍ਰਾਮ ਗਰੁੱਪ ਦੇ ਉੱਤੇ ਤੁਹਾਨੂੰ ਇੱਕ ਹੋਰ ਬੈਨੀਫਿਟ ਮਿਲ ਜਾਂਦਾ ਹੈ ਕਿ ਤੁਹਾਨੂੰ ਜਿਹੜੇ ਇੱਥੇ ਪੋਸਟ ਕੁਇਜ਼ ਦੇਖਣ ਨੂੰ ਮਿਲਦੇ ਆ ਜੋ ਤੁਸੀਂ ਅਟੈਂਪਟ ਕਰ ਸਕਦੇ ਹੋ ਪਲੱਸ ਜਿਹੜਾ ਆਪਣਾ ਕਰੋ ਤਿਆਰੀ ਦੇ ਵਿੱਚ ਉਹ ਸੇਮ ਚੀਜ਼ ਚਾਰ ਚੰਨ ਲਗਾ ਸਕਦੇ ਹੋ ਕਿਉਂਕਿ ਇਹਨਾਂ ਦੇ ਵਿੱਚ ਜਿਹੜੇ ਤੁਹਾਨੂੰ ਉਹ ਸਾਰੇ ਟੌਪਿਕ ਕਵਰ ਕਰਵਾਏ ਜਾਂਦੇ ਜੋ ਤੁਹਾਡੇ ਪੇਪਰ ਦੇ ਨਾਲ ਰਿਲੇਟਡ ਹੈ ਨਾਟ ਓਨਲੀ ਇੰਗਲਿਸ਼ ਸਬਜੈਕਟ ਬਾਕੀ ਸਾਰੇ ਸਬਜੈਕਟ ਨਾਲ ਰਿਲੇਟਡ ਕੁਇਜ਼ ਤੇ ਪਲੱਸ ਪੋਲਸ ਹੈ ਜਿਹੜੇ ਤੁਹਾਡੇ ਇਸ ਟੈਲੀਗ੍ਰਾਮ ਗਰੁੱਪ ਦੇ ਉੱਤੇ ਤੁਹਾਨੂੰ ਸ਼ੇਅਰ ਕੀਤੇ ਜਾਂਦੇ ਆ। ਤੇ ਜਿਨ੍ਹਾਂ ਸਟੂਡੈਂਟਸ ਨੇ ਟੈਲੀਗ੍ਰਾਮ ਗਰੁੱਪ ਜੁਆਇਨ ਨਹੀਂ ਕੀਤਾ ਤਾਂ ਉਹ ਜਿਹੜਾ ਇਹ ਗਰੁੱਪ ਹੈ ਉਹ ਜੁਆਇਨ ਕਰ ਸਕਦੇ ਆ। ਇਹਦਾ ਲਿੰਕ ਹੈ ਜਿਹੜਾ ਤੁਹਾਨੂੰ ਕਲਾਸ ਦੀ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ ਪਲੱਸ ਜੇ ਕਿਸੇ ਨੇ ਸਕੈਨ ਕਰਕੇ ਆਪਣਾ ਟੈਲੀਗ੍ਰਾਮ ਗਰੁੱਪ ਜੁਆਇਨ ਕਰਨਾ ਤਾਂ ਨਾਲ ਹੈ ਜਿਹੜਾ ਉੱਥੇ ਸਕੈਨਰ ਦਿੱਤਾ ਹੋਇਆ। ਹਾਂਜੀ ਤਾਂ ਹੁਣ ਆਪਾਂ ਸਟਾਰਟ ਕਰਦੇ ਹਾਂ ਆਪਣੀ ਕਲਾਸ। ਪਹਿਲਾਂ ਹੀ ਦੱਸ ਦਿੱਤਾ ਹੈ ਕਿ ਅੱਜ ਆਪਣੀ 11th ਕਲਾਸ ਹੈ ਇੰਗਲਿਸ਼ vocab ਦੀ। ਸੋ ਸਟਾਰਟ ਕਰਾਂਗੇ ਵਿਦ ਵਨ ਵਰਡ ਸਬਸਟੀਟਿਊਸ਼ਨ। ਤਾਂ ਹੁਣ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਹੋਣਾ ਵਨ ਵਰਡ ਸਬਸਟੀਟਿਊਸ਼ਨ ਜਾਂ ਫਿਰ OWS ਕੀ ਹੁੰਦੇ ਆ। ਤਾਂ ਵਨ ਵਰਡ ਸਬਸਟੀਟਿਊਸ਼ਨ ਕਹਿ ਲਓ ਚਾਹੇ OWS ਕਹਿ ਲਓ। OWS ਆਪਾਂ ਨੂੰ ਸ਼ਾਰਟ ਫਾਰਮ ਦੇ ਵਿੱਚ ਕਹਿ ਦਿੰਦੇ ਆ ਤੇ ਕੀ ਹੁੰਦੇ ਨੇ ਜੀ ਤੁਸੀਂ ਅਨੇਕ ਸ਼ਬਦਾਂ ਦੀ ਥਾਂ ਤੇ ਇੱਕ ਸ਼ਬਦ ਕਹਿੰਦੇ ਹੋ ਜਿਵੇਂ ਪੰਜਾਬੀ ਦੇ ਵਿੱਚ ਉਹ ਵਾਲੀ ਚੀਜ਼ ਹੈ ਤੁਹਾਡੀ ਵਨ ਵਰਡ ਸਬਸਟੀਟਿਊਸ਼ਨ। ਹਾਂਜੀ ਤਾਂ ਆਪਾਂ ਡਿਸਕਸ ਕਰਦੇ ਹਾਂ ਵਨ ਬਾਏ ਵਨ ਆਪਣੇ ਵਨ ਵਰਡ ਸਬਸਟੀਟਿਊਸ਼ਨ। ਫਰਸਟ ਫਰੇਜ਼ ਜਿਹੜੀ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ that is an arrangement of events or dates in the order of their occurrence। ਤਾਂ ਹੁਣ ਜਿਵੇਂ ਤੁਹਾਡੇ ਕੋਲ ਕਹਿ ਸਕਦੇ ਹਾਂ ਜਿਵੇਂ ਆਪਾਂ ਕਈ ਵਾਰ ਕਹਿੰਦੇ ਨੇ ਜਿਵੇਂ ਕਿਸੇ ਦਾ ਜਨਮ ਹੋਇਆ ਤਾਂ ਉੱਥੋਂ ਲੈ ਕੇ ਉਹਦੀ ਡੈਥ ਤੱਕ ਜਿੰਨਾ ਵੀ ਉਹਨੇ ਟਾਈਮ ਪੀਰੀਅਡ ਆਪਣੇ ਲਾਈਫ ਦੇ ਵਿੱਚ ਜੋ ਕੁਝ ਵੀ ਕੀਤਾ ਤਾਂ ਉਹਨੂੰ ਇੱਕ ਆਰਡਰ ਦੇ ਵਿੱਚ ਰੱਖਣਾ ਤਾਂ ਉਹ ਕੀ ਚੀਜ਼ ਹੁੰਦੀ ਹੈ ਜੀ ਕ੍ਰੋਨੋਲੋਜੀ। ਕੀ ਕਹਿੰਦੇ ਉਹਨੂੰ ਕ੍ਰੋਨੋਲੋਜੀ ਕਿਹਾ ਜਾਂਦਾ ਹੈ। ਤਾਂ ਹੁਣ ਜਿਹੜਾ ਟਾਈਮ ਪੀਰੀਅਡ ਹੋ ਗਿਆ ਕਿਸੇ ਪਰਸਨ ਦਾ ਹੋ ਗਿਆ ਜਾਂ ਸਿੰਪਲ ਕਹਿ ਸਕਦੇ ਹਾਂ ਕੋਈ ਆਪਾਂ ਕਹਿੰਦੇ ਨਾ ਵੀ ਆਹ ਸਿਸ਼ੂਘਾਟ ਦੀ ਸਭਿਅਤਾ ਇੰਡਸ ਵੈਲੀ ਸਿਵਲਾਈਜੇਸ਼ਨ ਹੈ ਇੱਥੋਂ ਲੈ ਕੇ ਇੱਥੋਂ ਤੱਕ ਚੱਲੀ ਹੈ ਤਾਂ ਉਹਨਾਂ ਨੂੰ ਆਰਡਰ ਦੇ ਵਿੱਚ ਜਿਹੜਾ ਅਰੇਂਜ ਕੀਤਾ ਜਾਂਦਾ ਤਾਂ ਉਹਨੂੰ ਕੀ ਕਿਹਾ ਜਾਂਦਾ ਜੀ ਕ੍ਰੋਨੋਲੋਜੀ ਹੈ ਜਿਹੜਾ ਆਪਾਂ ਕਹਿੰਦੇ ਆ। ਐਂਡ ਅਰੇਂਜਮੈਂਟ ਆਫ ਇਵੈਂਟਸ ਔਰ ਡੇਟਸ ਇਨ ਦ ਆਰਡਰ ਆਫ देयर occurrence is called chronology। ਨੈਕਸਟ ਹੈ ਤੁਹਾਡੇ ਕੋਲ ਸੈਕੰਡ ਫਰੇਜ਼ that is an imagined society where everything is perfect and is happy। ਬੇਸਿਕਲੀ ਕੀ ਕਿਹਾ ਜਾਂਦਾ ਹੈ ਕਿ ਆਪਣਾ ਕੋਈ ਵੀ ਇੱਥੇ ਕਹਿ ਸਕਦੇ ਹਾਂ ਇਸ ਸਿਚੁਏਸ਼ਨ ਦੇ ਇਸ ਟਾਈਮ ਦੇ ਵਿੱਚ ਇਹੋ ਜਿਹੀ ਕੋਈ ਸੁਸਾਇਟੀ ਨਹੀਂ ਹੈ ਇਹੋ ਜਿਹਾ ਕੋਈ ਦੇਸ਼ ਨਹੀਂ ਹੈ ਜਿਹਦੇ ਵਿੱਚ ਕਹਿ ਸਕਦੇ ਹੋ ਕਿ ਯੂਟੋਪੀਆ ਵਾਲੀ ਸਥਿਤੀ ਹੋਵੇ। ਮਤਲਬ ਕਿ ਸਾਰਾ ਕੁਝ ਆਈਡੀਅਲ ਤਰੀਕੇ ਨਾਲ ਚੱਲੇ ਸਭ ਕੁਝ ਵਧੀਆ ਹੋਵੇ ਸਾਰੇ ਪਰਸਨ ਖੁਸ਼ਹਾਲ ਹੋਣ ਕਿਸੇ ਨੂੰ ਕੋਈ ਦਿੱਕਤ ਨਾ ਹੁੰਦੀ ਹੋਵੇ ਮਤਲਬ ਸਾਰੇ ਗਰੀਬ ਕੋਈ ਵੀ ਗਰੀਬ ਨਾ ਹੋਵੇ ਸਾਰੇ ਦੇ ਸਾਰੇ ਜਿਹੜਾ ਪੂਰਾ ਕਹਿ ਲਓ ਅਫੁੱਲਸ ਹੋਣ ਰਿਚ ਹੋਣ ਮਤਲਬ ਕਿਸੇ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਹੁੰਦੀ ਹੋਵੇ ਤਾਂ ਉਹਨੂੰ ਆਪਾਂ ਕਹਿ ਦਿੰਦੇ ਹਾਂ ਜੀ ਯੂਟੋਪੀਆ ਵਾਲੀ ਪੋਜੀਸ਼ਨ। ਸੋ ਯੂਟੋਪੀਆ ਕਿਹਾ ਜਾ ਸਕਦਾ ਹੈ ਆਈਡੀਅਲ ਪੋਜੀਸ਼ਨ ਕਿਹਾ ਜਾ ਸਕਦਾ ਹੈ। ਹੁਣ ਦੇਖੋ ਇਮੇਜਨ ਕਰ ਸਕਦੇ ਆਪਾਂ ਸਿਰਫ ਇਹ ਚੀਜ਼ ਇਮੇਜਨ ਹੀ ਕੀਤੀ ਜਾ ਸਕਦੀ ਹੈ ਨਾ ਜਿਵੇਂ ਆਪਾਂ ਕਹਿੰਦੇ ਸਵਰਗ ਹੈ ਤਾਂ ਹੁਣ ਸਵਰਗ ਹੈ ਜਿਹੜਾ ਸਿਰਫ ਆਪਾਂ ਇਮੇਜਨ ਕਰਦੇ ਹਾਂ ਅਸਲ ਦੇ ਵਿੱਚ ਤਾਂ ਨਹੀਂ ਆਪਾਂ ਦੇਖਿਆ ਤਾਂ ਹੁਣ ਉਹ ਸਵਰਗ ਵਾਲੀ ਸਥਿਤੀ ਉਹਨੂੰ ਕੀ ਕਿਹਾ ਜਾਂਦਾ ਜੀ ਯੂਟੋਪੀਆ ਕਿਹਾ ਜਾਂਦਾ ਹੈ। ਐਂਡ ਇਮੇਜਨ ਦ ਸੋਸਾਇਟੀ ਵੇਅਰ ਐਵਰੀਥਿੰਗ ਇਜ਼ ਪਰਫੈਕਟ ਐਂਡ ਇਜ਼ ਹੈਪੀ ਇਜ਼ ਕਾਲਡ ਯੂਟੋਪੀਆ। Next word that we have to discuss is third number phrase a person who attacks or criticizes cherished beliefs or institutions। ਤਾਂ ਕੋਈ ਪਰਸਨ ਜਿਹੜਾ ਕਿ ਆਪਾਂ ਨੂੰ ਕਹਿ ਦੋ ਕ੍ਰਿਟਿਸਾਈਜ਼ ਕਰਦਾ ਹੈ ਮਤਲਬ ਕਿਸੇ ਚੀਜ਼ ਦੀ ਨਿੰਦਾ ਕਰਦਾ ਜਾਂ ਫਿਰ ਅਟੈਕ ਕਰਦਾ ਹੈ ਕਾਹਦੇ ਉੱਤੇ ਬਲੀਫਸ ਔਰ ਇੰਸਟੀਟਿਊਸ਼ਨਸ ਦੇ ਉੱਤੇ। ਫੋਰ ਐਗਜ਼ਾਮਪਲ ਜਿਵੇਂ ਆਪਾਂ ਕਹਿੰਦੇ ਨਾ ਵੀ ਰੀਤੀ ਰਿਵਾਜ ਹੈ ਪੁਰਾਣੇ ਚੱਲੇ ਆ ਰਹੇ ਜਿਵੇਂ ਸਤੀ ਪ੍ਰਥਾ ਨੂੰ ਖਤਮ ਕੀਤਾ ਗਿਆ ਸੀ ਸੋ ਉਹ ਵਾਲੇ ਸਾਰੇ ਬਲੀਫਸ ਦੇ ਇੰਸਟੀਟਿਊਸ਼ਨ ਨੂੰ ਖਤਮ ਕਰਨ ਵਾਲੇ ਪਰਸਨ ਨੂੰ ਕੀ ਕਿਹਾ ਜਾਂਦਾ ਜੀ ਆਈਕੋਨੋ
ਕਲਾਸਡ ਆਈਕੋਨੋਕਲਾਸਟ ਤਾਂ ਹੁਣ ਆਪਾਂ ਕਹਿ ਸਕਦੇ ਹਾਂ ਵੀ ਉਹ ਇੱਕ ਆਈਕਨ ਜਿਹਾ ਸੈੱਟ ਕਰ ਦਿੰਦਾ ਉਹ ਪਰਸਨ ਜਿਹੜਾ ਵੀ ਉਹਨਾਂ ਨੂੰ ਕਹਿ ਲਓ ਕ੍ਰਿਟੀਸਾਈਜ਼ ਕਰੂਗਾ ਤਾਂ ਜਾਂ ਫਿਰ ਆਪਾਂ ਅਟੈਕ ਕਰੂਗਾ ਕਿਸੇ ਇੰਸਟੀਟਿਊਸ਼ਨ ਤੇ ਬਿਲੀਫ ਦੇ ਉੱਤੇ ਤਾਂ ਉਹਨੂੰ ਕੀ ਕਿਹਾ ਜਾਏਗਾ ਆਈਕੋਨੋਕਲਾਸਟ ਕਿਹਾ ਜਾਏਗਾ ਬਿਕਾਜ਼ ਉਹ ਇੱਕ ਆਈਕਨ ਦੇ ਤਰੀਕੇ ਨਾਲ ਆ ਜਿਹੜਾ ਉਹ ਫਿਰ ਸਾਹਮਣੇ ਆਪਣੇ ਆਉਂਦਾ ਹੈ। Next is four number phrase that is someone who makes charitable donations intended to the welfare of other people ਤਾਂ ਹੁਣ ਇਹੋ ਜਿਹਾ ਪਰਸਨ ਜਿਹੜਾ ਕਿ ਚੈਰੀਟੇਬਲ ਡੋਨੇਸ਼ਨਸ ਕਰਦਾ ਫੋਰ ਐਗਜ਼ਾਮਪਲ ਜਿਵੇਂ ਆਪਾਂ ਕਹਿੰਦੇ ਕਈ ਵਾਰ ਪਰਸਨ ਕੀ ਹੁੰਦਾ ਹੈ ਬਹੁਤ ਜ਼ਿਆਦਾ ਰਿਚ ਹੈ ਤਾਂ ਉਹ ਦੂਜਿਆਂ ਦੀ ਹੈਲਪ ਕਰਨ ਦੀ ਕੋਸ਼ਿਸ਼ ਕਰਦਾ ਹੈ ਪੈਸੇ ਨਾਲ ਹੋ ਸਕਦਾ ਹੈ ਜਾਂ ਕਿਸੇ ਹੋਰ ਤਰੀਕੇ ਨਾਲ ਜਿਹੜਾ ਉਹਨਾਂ ਨੂੰ ਸਮਾਨ ਵਗੈਰਾ ਪ੍ਰੋਵਾਈਡ ਕਰਵਾ ਦਿੰਦਾ ਹੈ ਤਾਂ ਉਹ ਵਾਲੇ ਪਰਸਨ ਨੂੰ ਕੀ ਕਿਹਾ ਜਾਂਦਾ ਹੈ ਜੀ ਉਹਨੂੰ ਕਿਹਾ ਜਾਂਦਾ ਹੈ ਅਲਟਰੂਇਸਟ ਦਾ ਜੋ ਜਾਂ ਤੁਸੀਂ ਕਿੱਥੋਂ ਰੱਖ ਸਕਦੇ ਹੋ ਕਿਸੇ ਟਰੂ ਪਰਸਨ ਤੋਂ ਜਾ ਟਰੂ ਹੈ ਪਰਸਨ ਮਤਲਬ ਕਿ ਸੱਚਾ ਹੈ ਤਾਂ ਹੁਣ ਸੱਚਾ ਪਰਸਨ ਹੈ ਜਿਹੜਾ ਦੂਸਰਿਆਂ ਦੀ ਹੈਲਪ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਅਲਟਰੂਇਸਟ someone who makes charitable donations intended to the welfare of other people is called altruist. I hope ਤੁਹਾਨੂੰ ਜਿਹੜੇ ਚਾਰ phrases ਸਮਝ ਆਏ ਹੋਣਗੇ ਹਾਂਜੀ ਤਾਂ 5 number phrase that we have to discuss is a soldier who fights for the sake of money ਤਾਂ ਹੁਣ ਇਹਦਾ ਮਤਲਬ ਕੀ ਹੋਇਆ ਕੋਈ ਇਹੋ ਜਿਹਾ ਸੋਲਜਰ ਤਾਂ ਪਤਾ ਹੀ ਹੈ ਤੁਹਾਨੂੰ ਸਿਪਾਹੀ ਹੁੰਦਾ ਹੈ ਤਾਂ ਹੁਣ ਜਿਹੜਾ ਕਿ ਫਾਈਟ ਕਰਦਾ ਲੜਦਾ ਕਿਹਦੇ ਵਾਸਤੇ ਮਨੀ ਦੇ ਵਾਸਤੇ ਜਿਵੇਂ ਹੁੰਦਾ ਨਹੀਂ ਆਪਣੇ ਯੂਕਰੇਨ ਰਸ਼ੀਆ ਦੀ ਵਾਰ ਹੋਈ ਹੈ ਤਾਂ ਉੱਥੇ ਯੂਕਰੇਨ ਦੇ ਵੱਲੋਂ ਕੀ ਕਿਹਾ ਗਿਆ ਸੀਗਾ ਦੂਸਰੇ ਦੇਸ਼ਾਂ ਦੇ ਲੋਕਾਂ ਨੂੰ ਬੁਲਾਇਆ ਗਿਆ ਸੀ ਕਿ ਤੁਸੀਂ ਸਾਡੀ ਹੈਲਪ ਕਰੋ ਤੇ ਅਸੀਂ ਬਦਲੇ ਚ ਤੁਹਾਨੂੰ ਪੈਸੇ ਦੇਵਾਂਗੇ ਤਾਂ ਹੁਣ ਉਹ ਜਿਹੜਾ ਹੈਗਾ ਅਸਲ ਦੇ ਵਿੱਚ ਤਾਂ ਨਹੀਂ ਹੈਗੇ ਸੋਲਜਰ ਬਟ ਉਹ ਸੋਲਜਰ ਹੈ ਜਿਹੜੇ ਲੜਨ ਦੇ ਲਈ ਜਾ ਰਹੇ ਆ ਤਾਂ ਉਹਨਾਂ ਨੂੰ ਬਦਲੇ ਦੇ ਵਿੱਚ ਕੀ ਦਿੱਤੀ ਜਾ ਰਹੀ ਹੈ ਮਨੀ ਦਿੱਤੀ ਜਾ ਰਹੀ ਹੈ ਤਾਂ ਉਹਨਾਂ ਨੂੰ ਕੀ ਕਿਹਾ ਜਾਏਗਾ ਜੋ ਉਹਨਾਂ ਸੋਲਜਰਸ ਨੂੰ ਪਰਸੈਂਟਰੀ ਕੀ ਕਿਹਾ ਜਾਂਦਾ ਜੀ ਪਰਸੈਂਟਰੀ ਤਾਂ ਬਟ ਆਪਾਂ ਸਿੰਪਲ ਕਿਹਾ ਜਾਏ ਤਾਂ ਸੋਲਜਰ ਹੁੰਦੇ ਆ ਜਿਹੜੇ ਕਿ ਆਪਣੇ ਕੋਲੇ ਫਾਈਟ ਕਰਦੇ ਆ ਦੇਸ਼ ਦੇ ਵਾਸਤੇ ਲੜਦੇ ਆ ਇੱਥੇ ਜਿਹੜੇ ਸੋਲਜਰ ਹੁੰਦੇ ਆ ਉਹ ਮਨੀ ਦੇ ਲਈ ਲੜਦੇ ਆ ਉਹਨਾਂ ਨੂੰ ਪੈਸੇ ਮਿਲਦੇ ਆ ਬਦਲੇ ਦੇ ਵਿੱਚ ਸੋ ਮਰਸੈਨਰੀ ਵਰਡ ਹੈ ਜਿਹੜਾ ਤੁਸੀਂ ਯਾਦ ਰੱਖਣਾ ਨੈਕਸਟ ਹੈ ਤੁਹਾਡੇ ਕੋਲ 6 ਨੰਬਰ ਫਰੇਜ਼ that is animal that can live both on land and in water ਤਾਂ ਇਹੋ ਜਿਹਾ ਐਨੀਮਲ ਜਿਹੜਾ ਕਿ ਆਪਣੇ ਕੋਲੇ ਲੈਂਡ ਦੇ ਉੱਤੇ ਵੀ ਰਹਿ ਸਕਦਾ ਹੈ ਪਲੱਸ ਵਾਟਰ ਦੇ ਵਿੱਚ ਵੀ ਰਹਿ ਸਕਦਾ ਹੈ ਜਿਵੇਂ ਆਪਾਂ ਕ੍ਰੋਕੋਡਾਈਲ ਨੂੰ ਕਹਿੰਦੇ ਆ ਨਾ ਕ੍ਰੋਕੋਡਾਈਲ ਪਾਣੀ ਦੇ ਵਿੱਚ ਵੀ ਰਹਿ ਲੈਂਦਾ ਹੈ ਤੇ ਧਰਤੀ ਦੇ ਉੱਤੇ ਵੀ ਆਪਾਂ ਕਹਿ ਲਓ ਸਿੰਪਲ ਰਹਿ ਸਕਦਾ ਹੈ ਵਾਟਰ ਦੇ ਵਿੱਚ ਵੀ ਰਹਿੰਦਾ ਹੈ ਤੇ ਲੈਂਡ ਦੇ ਉੱਤੇ ਵੀ ਰਹਿ ਸਕਦਾ ਹੈ ਸਿਮਿਲਰਲੀ ਤੁਹਾਡੇ ਕੋਲੇ ਬਹੁਤ ਸਾਰੀਆਂ ਜਿਹੜੀਆਂ ਮੱਛੀਆਂ ਹੁੰਦੀਆਂ ਉਹ ਪਾਣੀ ਦੇ ਵਿੱਚ ਵੀ ਰਹਿ ਜਾਂਦੀਆਂ ਤੇ ਧਰਤੀ ਦੇ ਉੱਤੇ ਵੀ ਰਹਿ ਸਕਦੀਆਂ ਤਾਂ ਸੇਮ ਹੀ ਇਹੋ ਜਿਹਾ ਐਨੀਮਲ ਜਿਹੜਾ ਕਿ ਤੁਹਾਡੇ ਕੋਲੇ ਨਾਲੇ ਤਾਂ ਲੈਂਡ ਦੇ ਉੱਤੇ ਰਹਿ ਸਕਦਾ ਹੋਵੇ ਪਲੱਸ ਉਹ ਵਾਟਰ ਦੇ ਵਿੱਚ ਵੀ ਜਿਹੜਾ ਸਰਵਾਈਵ ਕਰ ਸਕਦਾ ਹੋਵੇ ਤਾਂ ਉਹਨੂੰ ਕੀ ਕਿਹਾ ਜਾਏਗਾ ਜੀ ਐਮਫੀਬੀਅਨ ਕਿਹਾ ਜਾਏਗਾ ਐਮਫੀਬੀਅਨ ਵਰਡ ਆਈ ਹੋਪ ਤੁਸੀਂ ਸੁਣਿਆ ਹੀ ਹੋਣਾ ਸੋ ਐਮਫੀਬੀਅਨਸ ਯੂਜ਼ ਕੀਤਾ ਜਾਂਦਾ ਵਰਡ ਜਦੋਂ ਆਪਾਂ ਕਿਸੇ ਇਹੋ ਜਿਹੇ ਐਨੀਮਲ ਦੀ ਗੱਲ ਕਰ ਰਹੇ ਹਾਂ ਜੋ ਲੈਂਡ ਐਂਡ ਵਾਟਰ ਦੋਨਾਂ ਦੇ ਉੱਤੇ ਸਰਵਾਈਵ ਕਰ ਸਕਦਾ ਹੈ ਸੋ ਆਈ ਹੋਪ ਤੁਹਾਡੇ 6 ਫਰੇਜ਼ਸ ਆ ਜਿਹੜੇ ਉਹ ਯਾਦ ਹੋ ਗਏ ਹੋਣਗੇ ਇੱਕ ਵਾਰ ਇਹਨਾਂ ਨੂੰ ਰਿਵਾਈਜ਼ ਕਰਦੇ ਹਾਂ ਦੈਨ ਵੀ ਵਿਲ ਪ੍ਰੋਸੀਡ ਟੂ ਇਡੀਅਮ ਫਰੇਜ਼ਸ ਦੇਖੋ ਜੀ ਫਰਸਟ ਫਰੇਜ਼ ਜਿਹੜੀ ਆਪਾਂ ਡਿਸਕਸ ਕੀਤੀ ਹੈ that is an arrangement of events or dates in the order of their occurrence ਤਾਂ ਹੁਣ ਆਰਡਰ ਦੇ ਵਿੱਚ ਆਪਾਂ ਜਦੋਂ ਕਿਸੇ ਡੇਟਸ ਨੂੰ ਉਹਨਾਂ ਦੀ ਜਿਵੇਂ ਜਿਵੇਂ ਉਹ ਘਟਦੀਆਂ ਨੇ ਘਟਨਾਵਾਂ ਉਹਨਾਂ ਨੂੰ ਆਰਡਰ ਦੇ ਵਿੱਚ ਅਰੇਂਜ ਕਰ ਲਿਆ ਤੁਹਾਨੂੰ ਕੀ ਕਹਿੰਦੇ ਆਪਾਂ chronology ਕਹਿੰਦੇ ਆ second phrase that we have discussed is an imagine the society where everything is perfect and is ਹੈਪੀ ਤਾਂ ਹੁਣ ਇਹੋ ਜਿਹੀ ਸੋਸਾਇਟੀ ਜਿੱਥੇ ਸਾਰਾ ਕੁਝ ਪਰਫੈਕਟ ਹੈ ਸਾਰੇ ਹੈਪੀ ਨੇ ਤਾਂ ਉਹਨੂੰ ਕੀ ਕਿਹਾ ਜਾਏਗਾ ਜੀ ਯੂਟੋਪੀਆ ਕਿਹਾ ਜਾਏਗਾ ਬੇਸਿਕਲੀ ਕਿਹਾ ਜਾਵੇ ਤਾਂ ਅੱਜ ਦੇ ਟਾਈਮ ਦੇ ਵਿੱਚ ਇਹੋ ਜਿਹੀ ਕੋਈ ਸੋਸਾਇਟੀ ਨਹੀਂ ਹੈ ਜਿੱਥੇ ਯੂਟੋਪੀਆ ਦੀ ਕੰਡੀਸ਼ਨ ਹੋਵੇ ਨੈਕਸਟ ਹੈ ਤੁਹਾਡੇ ਕੋਲ ਥਰਡ ਨੰਬਰ ਫਰੇਜ਼ that is a person who attacks or criticizes cherished beliefs or institutions ਤਾਂ ਹੁਣ ਇਹੋ ਜਿਹਾ ਪਰਸਨ ਜਿਹੜਾ ਕਿ ਅਟੈਕ ਕਰਦਾ ਜਾਂ ਕ੍ਰਿਟੀਸਾਈਜ਼ ਕਰਦਾ ਕਿ ਨੂੰ ਬਲੀਫਸ ਜਾਂ ਫਿਰ ਇੰਸਟੀਟਿਊਸ਼ਨ ਜੋ ਕਿ ਪਾਲਣ ਕੀਤੇ ਜਾ ਰਹੇ ਆ ਬਲੀਫਸ ਜਾਂ ਫਿਰ ਇੰਸਟੀਟਿਊਸ਼ਨ ਉਹਨਾਂ ਨੂੰ ਅਟੈਕ ਕਰਨ ਵਾਲਾ ਕ੍ਰਿਟੀਸਾਈਜ਼ ਕਰਨ ਵਾਲਾ ਪਰਸਨ ਕੀ ਹੁੰਦਾ ਜੀ iconoclast fourth phrase is someone who makes charitable donations intended to the welfare of other people is called altruist ਤਾਂ ਹੁਣ ਇਹੋ ਜਿਹਾ ਪਰਸਨ ਜਿਹੜਾ ਦੂਸਰਿਆਂ ਦੇ ਹੈਲਪ ਵਗੈਰਾ ਕਰਦਾ ਹੁਣ ਪੈਸਿਆਂ ਨਾਲ ਹੋ ਸਕਦਾ ਸਮਾਨ ਨਾਲ ਤਾਂ ਉਹਨੂੰ ਕੀ ਕਿਹਾ ਜਾਏਗਾ altruist next phrase that we have discussed is a soldier who fights for the sake of money ਤਾਂ ਹੁਣ ਇਹੋ ਜਿਹਾ ਇੱਕ ਸਿਪਾਹੀ ਜਿਹੜਾ ਕਿ ਪੈਸਿਆਂ ਵਾਸਤੇ ਕਿਸੇ ਲਈ ਲੜਦਾ ਹੈ ਪੈਸਿਆਂ ਦੇ ਵਾਸਤੇ ਕਿਸੇ ਕੰਟਰੀ ਦੇ ਲਈ ਲੜਦਾ ਹੈ ਤਾਂ ਉਹਨੂੰ ਕੀ ਕਿਹਾ ਜਾਏਗਾ mercenary next phrase that we have discussed is animal that can live both on land and in water ਤਾਂ ਹੁਣ ਇਹੋ ਜਿਹਾ ਐਨੀਮਲ ਜਿਹੜਾ ਕਿ ਧਰਤੀ ਦੇ ਉੱਤੇ ਵੀ ਰਹਿ ਸਕਦਾ ਤੇ ਪਾਣੀ ਦੇ ਵਿੱਚ ਵੀ ਤਾਂ ਉਹਨੂੰ ਕੀ ਕਿਹਾ ਜਾਏਗਾ ਐਮਫੀਬੀਅਨ ਹਾਂਜੀ ਤਾਂ ਇਹ ਸੀ ਆਪਣੀਆਂ 6 ਫਰੇਜ਼ਾਂ ਜਿਹੜੀਆਂ ਆਪਾਂ ਵਨ ਵਰਡ ਸਬਸਟੀਟਿਊਸ਼ਨ ਦੇ ਵਿੱਚ ਡਿਸਕਸ ਕੀਤੀਆਂ ਨੈਕਸਟ ਪੋਰਸ਼ਨ ਜਿਹੜਾ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਵੋਕੈਬ ਪੋਰਸ਼ਨ ਦੇ ਵਿੱਚ that is idioms and phrases ਤਾਂ ਹੁਣ ਇਹ ਤੁਹਾਨੂੰ ਪਤਾ ਹੀ ਹੈ ਆਪਾਂ ਮੁਹਾਵਰਿਆਂ ਨੂੰ idiom phrases ਕਹਿੰਦੇ ਆ ਹਾਂਜੀ ਦਾ ਫਰਸਟ phrase that we have to discuss is a Penelope's web ਤਾਂ ਹੁਣ Penelope's web ਕੀ ਹੈ ਤਾਂ ਹੁਣ ਬੇਸਿਕਲੀ ਦੇਖਿਆ ਜਾਵੇ ਤਾਂ ਨਾ ਤੁਹਾਨੂੰ ਇਹ ਇੱਕ ਸਟੋਰੀ ਹੈ ਪੈਨੀਲੋਪ ਹੈ ਜਿਹੜੀ ਇੱਕ ਲੇਡੀ ਦਾ ਨੇਮ ਹੈ ਤੇ ਉਹ ਵੈਬ ਦਾ ਮਤਲਬ ਕੀ ਹੁੰਦਾ ਕੋਈ ਚੀਜ਼ ਜਿਹੜੀ ਬੁਣੀ ਜਾਂਦੀ ਜਿਵੇਂ ਆਪਾਂ ਕਹਿੰਦੇ ਨਾ ਸਵੈਟਰ ਵਗੈਰਾ ਬੁਣਿਆ ਜਾਂਦਾ ਆਪਣੇ ਮਦਰਸ ਦੁਆਰਾ ਤਾਂ ਸਵੈਟਰ ਬੁਣਨਾ ਜਾਂ ਕੋਈ ਟੋਪੀ ਵਗੈਰਾ ਜਿਵੇਂ ਆਪਾਂ ਕਹਿੰਦੇ ਹਾਂ ਉਹਨਾਂ ਨੂੰ ਬੁਣਨਾ ਤਾਂ ਉਹ ਵਾਲੀ ਚੀਜ਼ ਹੈ ਵੈਬ ਤਾਂ ਵੈਬ ਦਾ ਮਤਲਬ ਹੁੰਦਾ ਕੋਈ ਚੀਜ਼ ਬੁਣਨਾ
ਤੇ ਪੈਨੀਲੋਪ ਹੈ ਜਿਹੜੀ ਉਹ ਲੇਡੀ ਦਾ ਨੇਮ ਹੈ। ਹਾਂਜੀ, ਤਾਂ ਹੁੰਦਾ ਕੀ ਹੈ ਕਿ ਪੈਨੀਲੋਪ ਨਾਮ ਦੀ ਇੱਕ ਲੇਡੀ ਹੈ ਜਿਹੜੀ ਉਹ ਵੈਬ ਬੁਣ ਰਹੀ ਹੁੰਦੀ ਹੈ ਤੇ ਉਹ ਕੀ ਕਰ ਰਹੀ ਹੁੰਦੀ ਹੈ, ਵੈਬ ਨੂੰ ਬੁਣਦੀ ਸੀ, ਉਧੇੜ ਦਿੰਦੀ ਸੀ, ਬੁਣਦੀ ਸੀ, ਉਧੇੜ ਦਿੰਦੀ ਹੁੰਦੀ ਸੀ। ਤਾਂ ਉਹਦੇ ਪਿੱਛੇ ਇੱਕ ਰੀਜ਼ਨ ਸੀ ਕਿ ਉਹ ਜਿਹੜੀ ਕਹਿ ਲਓ ਬਹੁਤ ਜ਼ਿਆਦਾ ਬਿਊਟੀਫੁਲ ਲੇਡੀ ਸੀ ਤੇ ਉਹਦਾ ਜਿਹੜਾ ਹਸਬੈਂਡ ਸੀ ਉਹਨੂੰ ਇੱਕ ਵਾਰ ਛੱਡ ਕੇ ਚਲਾ ਜਾਂਦਾ ਹੈ। ਬਟ ਉਹਨੂੰ ਕੀ ਹੁੰਦਾ, ਉਹਨੂੰ ਯਕੀਨ ਹੁੰਦਾ ਕਿ ਉਹਦਾ ਹਸਬੈਂਡ ਇੱਕ ਦਿਨ ਹੈ ਜਿਹੜਾ ਉਹਦੇ ਕੋਲ ਵਾਪਸ ਆਏਗਾ। ਬਾਕੀ ਦੇ ਜਿਹੜੇ ਆਪਾਂ ਕਹਿ ਸਕਦੇ ਹਾਂ ਪਰਸਨਸ ਹੁੰਦੇ ਆ ਉਹਦੇ ਤਾਂ ਉਹਨਾਂ ਦੁਆਰਾ ਉਹਨੂੰ ਪ੍ਰਪੋਜ਼ ਕੀਤਾ ਜਾਂਦਾ ਹੈ ਕਿ ਤੁਸੀਂ ਤੂੰ ਬਹੁਤ ਸੋਹਣੀ ਹੈ ਤਾਂ ਵੀ ਸਾਡੇ ਨਾਲ ਵਿਆਹ ਕਰਾ ਲੈ ਜਾਂ ਸਾਡੇ ਨਾਲ ਰਹਿ ਲੱਗਦਾ। ਬਟ ਉਹ ਕੀ ਕਰਦੀ ਹੈ ਕਿ ਜਿੰਨਾ ਚਿਰ ਮੇਰਾ ਵੈਬ ਕੰਪਲੀਟ ਨਹੀਂ ਹੋਏਗਾ ਮੈਂ ਜਿਹੜਾ ਕਿਸੇ ਨਾਲ ਵਿਆਹ ਨਹੀਂ ਕਰਵਾਉਂਗੀ, ਮਤਲਬ ਮੈਂ ਆਪਦੇ ਜਿਹੜੇ ਹਸਬੈਂਡ ਦੀ ਉਡੀਕ ਕਰੂੰਗੀ। ਬਟ ਹੁਣ ਇੱਥੇ ਹੁੰਦਾ ਕਿ ਉਹ ਵੈਬ ਨੂੰ ਫੋਨ ਤਾਂ ਲੈਂਦੀ ਸੀ, ਜਦੋਂ ਉਹ ਖਤਮ ਹੋਣ ਵਾਲਾ ਹੁੰਦਾ ਸੀ ਉਹਨੂੰ ਘੇਰ ਦਿੰਦੀ ਸੀ, ਮਤਲਬ ਉਹ ਕਦੇ ਵੀ ਖਤਮ ਨਹੀਂ ਹੋਇਆ। ਸੋ ਪੈਨੀਲੋਪਸ ਵੈਬ ਈਡੀਅਮ ਹੈ ਜਿਹੜਾ ਇਹ ਵਾਲੀ ਸਟੋਰੀ ਇਹਦੇ ਵਿੱਚ ਤਾਂ ਇਹਦਾ ਮੀਨਿੰਗ ਕੀ ਹੁੰਦਾ ਹੈ, ਐਨ ਐਂਡਲੈਸ ਜੌਬ। ਤਾਂ ਇਹੋ ਜਿਹੀ ਜੌਬ ਜਿਹੜੀ ਕਿ ਕਦੇ ਖਤਮ ਨਾ ਹੋਵੇ ਤਾਂ ਤੁਸੀਂ ਯੂਜ਼ ਕਰੋਗੇ ਪੈਨੀਲੋਪਸ ਵੈਬ ਦਾ। Second number phrase that we have to discuss is a plum job। ਹੁਣ plum job ਦਾ ਮਤਲਬ ਕੀ ਹੁੰਦਾ ਹੈ? plum ਬੇਸਿਕਲੀ ਕਿਹਾ ਜਾਵੇ ਤਾਂ ਆਪਾਂ ਹਥੇਲੀ ਨੂੰ ਕਹਿੰਦੇ ਆ। ਤਾਂ ਹੁਣ plum job ਦਾ ਮਤਲਬ ਕੀ ਹੋਏਗਾ, ਤੁਹਾਡੇ ਕੋਲ ਇਹੋ ਜਿਹਾ ਵਰਕ ਜਿਹੜਾ ਕਿ ਬਹੁਤ ਜ਼ਿਆਦਾ ਈਜ਼ੀ ਹੈ ਪਲੱਸ ਤੁਹਾਨੂੰ ਪੇਮੈਂਟ ਹੈ ਜਿਹੜੀ ਉਹਦੀ ਬਹੁਤ ਵਧੀਆ ਮਿਲਦੀ ਹੈ। ਤਾਂ ਕਈ ਵਾਰ ਹੁੰਦਾ ਨਾ ਜਿਵੇਂ ਆਪਾਂ ਟਰਾਈ ਕਰਦੇ ਆ ਇਹੋ ਜਿਹੀ ਸਿੰਪਲ ਕਹਿ ਲਓ ਕਲਰਕ ਵਗੈਰਾ ਕਲੈਰੀਕਲ ਜੌਬ ਹੈ। ਤਾਂ ਹੁਣ ਉੱਥੇ ਕੀ ਹੈ, ਇੱਕ ਵਾਰ ਬਸ ਤੁਸੀਂ ਚੇਅਰ ਦੇ ਉੱਤੇ ਬੈਠਣਾ ਤੇ ਤੁਹਾਡੇ ਕੋਲ ਬਸ ਕੰਪਿਊਟਰ ਹੋਣਾ ਤੇ ਉੱਥੇ ਤੁਸੀਂ ਸਿਰਫ ਜਿਹੜਾ ਆਪਣਾ ਕੰਮ ਹੈ ਜਿਹੜਾ ਉਹ ਕਰਨਾ, ਬਟ ਤੁਹਾਨੂੰ ਪੇਮੈਂਟ ਹੈ ਜਿਹੜੀ ਉਹ ਵਧੀਆ ਦਿੱਤੀ ਜਾ ਰਹੀ ਹੈ। ਤਾਂ ਇਸ ਤਰੀਕੇ ਨਾਲ ਆਪਣੀਆਂ ਜੌਬਸ ਜਿਹੜੀਆਂ ਕਿ ਤੁਹਾਨੂੰ ਪਲੀਜ਼ੈਂਟ ਹੋਣ, ਵਧੀਆ ਹੋਣ, ਈਜ਼ੀ ਹੋਣ, ਬਟ ਉਹਨਾਂ ਦੀ ਜਿਹੜੀ ਪੇਮੈਂਟ ਹੈ ਉਹ ਵੀ ਤੁਹਾਨੂੰ ਜਿਹੜੀ ਹੈਗੀ ਬਹੁਤ ਵਧੀਆ ਦਿੱਤੀ ਜਾ ਰਹੀ ਹੋਵੇ ਤਾਂ ਤੁਸੀਂ ਉੱਥੇ ਯੂਜ਼ ਕਰ ਲਓਗੇ ਪਲਮ ਜੌਬ। ਪਲਮ ਜੌਬ ਈਡੀਅਮ ਹੈ ਜਿਹੜਾ ਉੱਥੇ ਯੂਜ਼ ਕੀਤਾ ਜਾਏਗਾ। ਨੈਕਸਟ ਥਰਡ ਫਰੇਜ਼ ਦੈਟ ਵੀ ਹੈਵ ਟੂ ਡਿਸਕਸ ਇਜ਼ ਅ ਰੋਟਨ ਐਪਲ। ਰੋਟਨ ਦਾ ਮਤਲਬ ਕੀ ਹੁੰਦਾ ਜੀ, ਖਰਾਬ। ਹੁਣ ਆਪਾਂ ਕਹਿੰਦੇ ਨਹੀਂ ਹੁੰਦੇ ਹੈਗੇ ਵੀ ਜਿਵੇਂ ਕਹਿ ਰਹੇ ਨੇ ਵੀ ਕਹਿ ਲਓ ਕੋਈ ਚੀਜ਼ ਜਿਹੜੀ ਪਿੱਛੋਂ ਖਰਾਬ ਨਿਕਲ ਆਵੇ। ਹੁਣ ਰੋਟਨ ਐਪਲ ਦਾ ਮਤਲਬ ਕੀ ਹੁੰਦਾ, ਕੋਈ ਇਹੋ ਜਿਹਾ ਪਰਸਨ ਜਿਹੜਾ ਕਿ ਬੈਡ ਹੈ ਕਿਸੇ ਗਰੁੱਪ ਦੇ ਵਿੱਚ ਹੈ। ਜਿਵੇਂ ਹੁਣ ਆਪੇ ਕਹਿੰਦੇ ਕਈ ਤਿੰਨ ਚਾਰ ਆਪਣੇ ਕੋਲੇ ਕਹਿ ਲਓ ਫਰੈਂਡਸ ਨੇ, ਉਹਨਾਂ ਦੇ ਵਿੱਚੋਂ ਇੱਕ ਅੱਧਾ ਫਰੈਂਡ ਹੈ ਜਿਹੜਾ ਉਹ ਖਰਾਬ ਹੈ, ਮਤਲਬ ਕਿ ਉਹਦੀ ਸੰਗਤ ਹੈ ਜਿਹੜੀ ਉਹ ਵਧੀਆ ਨਹੀਂ ਹੈ, ਉਹ ਥੋੜੇ ਜਿਹੇ ਬਿਹੇਵੀਅਰ ਹੈ ਜਿਹੜਾ ਉਹ ਦੂਸਰਿਆਂ ਨਾਲ ਵਧੀਆ ਨਹੀਂ ਕਰਦਾ, ਬਾਕੀ ਜਿਹੜੇ ਵਧੀਆ ਨੇ। ਤਾਂ ਹੁਣ ਉਹ ਕੀ ਹੋ ਜਾਏਗਾ, ਉਹ ਗਰੁੱਪ ਦੇ ਵਿੱਚ ਰੋਟਨ ਐਪਲ ਦਾ ਕੰਮ ਕਰੇਗਾ। ਅ ਸਿੰਗਲ ਬੈਡ ਪਰਸਨ ਔਰ ਅ ਥਿੰਗ ਇਨ ਅ ਗਰੁੱਪ। ਤਾਂ ਹੁਣ ਇਹੋ ਜਿਹਾ ਪਰਸਨ ਜਿਹੜਾ ਕਿ ਬੈਡ ਹੈ ਕਿਸੇ ਗਰੁੱਪ ਦੇ ਵਿੱਚ ਵੀ ਹੋ ਸਕਦਾ ਹੈ ਜਾਂ ਫਿਰ ਕੋਈ ਥਿੰਗਸ ਦਾ ਵੀ ਆਪਾਂ ਕਹਿ ਸਕਦੇ ਹਾਂ ਥਿੰਗਸ ਦਾ ਪੇਅਰ ਵੀ ਹੋ ਸਕਦਾ ਹੈ। ਤਾਂ ਉੱਥੇ ਤੁਸੀਂ ਯੂਜ਼ ਕਰ ਸਕਦੇ ਹੋ ਰੋਟਨ ਐਪਲ ਈਡੀਅਮ ਦਾ। ਨੈਕਸਟ ਫਰੇਜ਼ ਦੈਟ ਵੀ ਹੈਵ ਟੂ ਡਿਸਕਸ ਇਜ਼ ਅ ਸੇਫ ਪੇਅਰ ਆਫ ਹੈਂਡਸ। ਤਾਂ ਹਾਂਜੀ ਇਹ ਤੁਸੀਂ ਫਰੇਜ਼ ਦਾ ਕਿੱਥੇ ਯੂਜ਼ ਕਰੋਗੇ, ਸੇਫ ਪੇਅਰ ਦਾ। ਸੇਫ ਮਤਲਬ ਕਿ ਜਿੱਥੇ ਤੁਹਾਨੂੰ ਸੇਫਟੀ ਕੀ ਕਰਵਾਈ ਜਾ ਰਹੀ ਹੈ, ਸੇਫ ਫੀਲ ਕਰਦੇ ਹੋ ਤੁਸੀਂ, ਸੁਰੱਖਿਅਤ ਮਹਿਸੂਸ ਕਰਦੇ ਹੋ। ਤਾਂ ਸੇਫ ਪੇਅਰ ਆਫ ਹੈਂਡਸ ਦਾ ਮਤਲਬ ਹੁੰਦਾ ਹੈ ਰਿਲਾਏਬਲ ਪਰਸਨ ਜਿਹਦੇ ਤੇ ਵਿਸ਼ਵਾਸ ਕੀਤਾ ਜਾ ਸਕੇ। ਵਿਸ਼ਵਾਸ ਕੀਤਾ ਜਾ ਸਕੇ, ਵਿਸ਼ਵਾਸਯੋਗ ਹੈ ਜਿਹੜਾ ਤੁਸੀਂ ਯੂਜ਼ ਕਰ ਸਕਦੇ ਹੋ। ਰਿਲਾਏਬਲ ਦਾ ਮੀਨਿੰਗ ਹੁੰਦਾ ਹੈ ਵਿਸ਼ਵਾਸਯੋਗ। ਹੁਣ ਇਹੋ ਜਿਹਾ ਪਰਸਨ ਜਿਹਦੇ ਉੱਤੇ ਵਿਸ਼ਵਾਸ ਕੀਤਾ ਜਾ ਸਕੇ ਤਾਂ ਤੁਸੀਂ ਕਹਿ ਦੋਗੇ ਅ ਰਿਲਾਏਬਲ ਪਰਸਨ, ਅ ਸੇਫ ਪੇਅਰ ਆਫ ਹੈਂਡਸ। The next phrase that we have to discuss is a scare deal। ਤਾਂ ਹੁਣ ਦੇਖੋ scare ਕੀ ਹੁੰਦਾ, scare ਕਿਹਾ ਜਾਂਦਾ ਜੀ ਆਪਣੇ ਕੋਲੇ ਬਰਗਨ। ਹੁਣ ਇਹਦੀਆਂ ਸਾਰੀਆਂ ਸਾਈਡਸ ਆਪਣੇ ਕੋਲੇ ਇਕੁਅਲ ਹੁੰਦੀਆਂ, every side of the scare is equal, so scare deal is where a fair and honest deal is done। देखो ਹੁਣ ਇੱਥੇ ਆਪਣੇ ਕੋਲ ਕੀ ਹੈ, ਇੱਕ scare ਹੈ, all sides are equal, no side is unjust, so we can use the word a fair and honest deal for the phrase a fair deal। Next phrase that we have to discuss is stones throw away। ਇਹ ਆਪਾਂ ਬਹੁਤ ਵਾਰ ਡਿਸਕਸ ਕੀਤੀ ਹੋਈ ਹੈ। ਮੀਨਿੰਗ ਕੀ ਹੁੰਦਾ ਹੈ, ਹੁਣ ਸਟੋਨ ਹੈ, ਸਟੋਨ ਕਿਹਨੂੰ ਕਿਹਾ ਜਾਂਦਾ ਹੈ, ਪੱਥਰ ਨੂੰ। ਥਰੋ ਦਾ ਮਤਲਬ ਕੀ ਹੁੰਦਾ, ਸੁੱਟਣਾ। ਤੁਹਾਨੂੰ ਇੱਕ ਸਟੋਨ ਦਿੱਤਾ ਗਿਆ ਹੈ, ਤੁਸੀਂ ਸਿੱਟਣਾ ਹੈ, ਤਾਂ ਹੁਣ ਕਿੰਨੀ ਕੁ ਦੂਰ ਸਿੱਟ ਸਕਦੇ ਹੋ, ਜ਼ਿਆਦਾ ਦੂਰ ਨਹੀਂ ਜਾਏਗਾ। ਸੋ ਵੈਰੀ ਸ਼ਾਰਟ ਡਿਸਟੈਂਸ ਵਾਸਤੇ ਜਿਹੜਾ ਤੁਸੀਂ ਇਹ ਫਰੇਜ਼ ਯੂਜ਼ ਕਰਨਾ ਹੈ, ਸਟੋਨਸ ਥਰੋ ਅਵੇ, ਦੈਟ ਇਜ਼ ਅ ਵੈਰੀ ਸ਼ਾਰਟ ਡਿਸਟੈਂਸ। ਆਈ ਹੋਪ ਤੁਹਾਡੇ 6 ਫਰੇਜ਼ਸ ਜਿਹੜੇ ਆਪਾਂ ਡਿਸਕਸ ਕੀਤੇ ਆ ਕਲੀਅਰ ਹੋਣਗੇ। ਇੱਕ ਵਾਰ ਇਹਨਾਂ ਦੀ ਕੁਇਕ ਰਿਵੀਜ਼ਨ ਲੈਣੇ ਆ। ਹਾਂਜੀ, the first phrase that we have discussed is a pennyloaf's web। pennyloaf's ਦਾ web ਮਤਲਬ ਕੀ ਹੋ ਗਿਆ, endless job। next ਆਪਾਂ phrase ਜਿਹੜੀ ਡਿਸਕਸ ਕੀਤੀ ਹੈ that is a plum job। ਕਿਹਦੇ ਵਾਸਤੇ ਯੂਜ਼ ਹੁੰਦੀ ਹੈ, pleasant job, easy job that also pays well। next phrase ਜਿਹੜੀ ਆਪਾਂ ਡਿਸਕਸ ਕੀਤੀ that is a rotten apple। ਤਾਂ ਹੁਣ rotten apple ਦਾ ਯੂਜ਼ ਤੁਸੀਂ ਕਿੱਥੇ ਕਰੋਗੇ, ਇਹੋ ਜਿਹੇ ਪਰਸਨ ਦੇ ਲਈ ਜੋ ਕਿ ਬੈਡ ਹੈ, ਕਿਸੇ ਗਰੁੱਪ ਦਾ ਪਾਰਟ ਹੈ ਬਟ ਉਹ ਕੀ ਹੈ, ਬੈਡ ਹੈ, ਤਾਂ ਉੱਥੇ ਤੁਸੀਂ rotten apple ਵਰਡ ਯੂਜ਼ ਕਰ ਲਓਗੇ। ਅੱਗੇ ਆ ਸੇਫ ਪੇਅਰ ਆਫ ਹੈਂਡਸ ਦਾ ਇੱਥੇ ਯੂਜ਼ ਕਰੋਗੇ ਜਿੱਥੇ ਤੁਹਾਡੇ ਕੋਲ ਕਿਸੇ ਵਿਸ਼ਵਾਸਯੋਗ ਪਰਸਨ ਦੀ ਗੱਲ ਕੀਤੀ ਜਾ ਰਹੀ ਹੈ, ਕ੍ਰੈਡੂਲਸ ਪਰਸਨ ਦੀ ਗੱਲ ਕੀਤੀ ਜਾ ਰਹੀ ਹੈ। ਸੋ a safe pair of hands, a reliable person। next phrase is a square deal। meaning ਕੀ ਹੁੰਦਾ ਹੈ, ਸਾਰੀਆਂ ਸਾਈਡਸ ਨੂੰ square ਦੀਆਂ equal ਹੁੰਦੀਆਂ, ਮਤਲਬ ਕਿ ਕੋਈ ਇਹੋ ਜਿਹਾ ਐਗਰੀਮੈਂਟ ਜੋ ਕਿ ਫੇਅਰ ਹੈ, honest ਹੈ, ਇਮਾਨਦਾਰ ਹੈ। ਸੋ ਫੇਅਰ ਐਂਡ honest ਡੀਲ ਦੇ ਵਾਸਤੇ ਤੁਸੀਂ ਇਹ phrase ਯੂਜ਼ ਕਰੋਗੇ। next is a stone to throw away। ਹੁਣ stone ਹੁੰਦਾ ਪੱਥਰ, throw ਦਾ ਮਤਲਬ ਹੁੰਦਾ ਸੁੱਟਣਾ, ਤੁਸੀਂ ਕਿੱਥੇ ਤੱਕ ਸੁੱਟ ਸਕਦੇ ਹੋ, ਪੱਥਰ ਦੀ ਜ਼ਿਆਦਾ ਡਿਸਟੈਂਸ ਤੱਕ ਤਾਂ ਨਹੀਂ ਜਾਏਗਾ ਕਿ ਤੁਹਾਨੂੰ ਦੇਖਣਾ ਹੀ ਹਟ ਗਿਆ ਜਾਂ ਸਪੇਸ ਚ ਪਹੁੰਚ ਗਿਆ, ਨਹੀਂ। ਸੋ ਵੈਰੀ ਸ਼ਾਰਟ ਡਿਸਟੈਂਸ ਵਾਸਤੇ ਜਿਹੜਾ ਤੁਸੀਂ ਇਹ ਫਰੇਜ਼ ਯੂਜ਼ ਕਰੋਗੇ, ਅ ਸਟੋਨ ਥਰੋ
ਅਵੇ ਆਈ ਹੋਪ ਤੁਹਾਡੇ 6 ਦੇ 6 ਫਰੇਜ਼ਸ ਆ ਜਿਹੜੇ ਉਹ ਕਲਾਸ ਦੇ ਵਿੱਚ ਯਾਦ ਹੋ ਗਏ ਹੋਣਗੇ। ਨੈਕਸਟ ਪਾਰਟ ਦੈਟ ਵੀ ਹੈਵ ਟੂ ਡਿਸਕਸ ਇਜ਼ ਸਿਨੋਨਿਮਸ ਐਂਡ ਐਂਟੀਨਮਸ। ਤਾਂ ਹੁਣ ਵੋਕੈਬ ਪੋਰਸ਼ਨ ਦੇ ਵਿੱਚ ਅਗਲਾ ਟੌਪਿਕ ਹੈ ਜਿਹੜਾ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਸਮਾਨਾਰਥੀ ਤੇ ਵਿਰੋਧੀ ਸ਼ਬਦਾਂ ਦਾ। ਫਰਸਟ ਵਰਡ ਜਿਹੜਾ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਦੈਟ ਇਜ਼ ਇਮਰਜ। ਹੁਣ ਇਮਰਜ ਦਾ ਮੀਨਿੰਗ ਕੀ ਹੁੰਦਾ? ਇਮਰਜ ਦਾ ਮੀਨਿੰਗ ਹੁੰਦਾ ਹੈ ਕਿਸੇ ਚੀਜ਼ ਦਾ ਪ੍ਰਗਟ ਹੋਣਾ, ਪੈਦਾ ਹੋਣਾ। ਪੈਦਾ ਹੋਣਾ ਵੀ ਤੁਸੀਂ ਕਹਿ ਸਕਦੇ ਹੋ, ਪ੍ਰਗਟ ਹੋਣਾ ਵੀ ਕਹਿ ਸਕਦੇ ਹੋ। ਕੋਈ ਚੀਜ਼ ਤੁਹਾਡੇ ਸਾਹਮਣੇ ਆ ਰਹੀ ਹੈ, ਸੋ ਇਮਰਜ ਵਰਡ ਹੈ ਜਿਹੜਾ ਯੂਜ਼ ਕੀਤਾ ਜਾਂਦਾ ਹੈ। ਹੁਣ ਦੇਖੋ ਸੈਨੋਨਿਮਸ ਕੀ ਆ ਜਾਣਗੇ ਤੁਹਾਡੇ ਕੋਲੇ ਸੇਮ ਹੀ, ਅਪੀਅਰ ਹੋਣਾ ਔਰ ਅਰਾਈਜ਼। ਅਪੀਅਰ ਔਰ ਅਰਾਈਜ਼ ਕੀ ਨੇ ਤੁਹਾਡੇ ਕੋਲੇ ਸੈਨੋਨਿਮਸ ਨੇ। ਆਪੋਜ਼ਿਟ ਵਰਡ ਕੀ ਆ ਜਾਣਗੇ ਕਿਸੇ ਚੀਜ਼ ਦਾ ਖਤਮ ਹੋਣਾ। ਹੁਣ ਪ੍ਰਗਟ ਹੋਣਾ ਤੇ ਪੈਦਾ ਹੋਣਾ ਦਾ ਆਪੋਜ਼ਿਟ ਅਗਰ ਖਤਮ ਹੋਣਾ ਹੀ ਹੋਏਗਾ, ਸੋ ਵੈਨਿਸ਼ ਐਂਡ ਡਿਸਅਪੀਅਰ ਨੇ ਤੁਹਾਡੇ ਕੋਲੇ ਐਂਟੀਨਮਸ ਵਰਡ ਐਮਰਜ ਦੇ। ਐਮਰਜ ਦਾ ਮੀਨਿੰਗ ਹੈ ਪ੍ਰਗਟ ਹੋਣਾ, ਪੈਦਾ ਹੋਣਾ। ਅਪੀਅਰ, ਅਰਾਈਜ਼ ਆਰ synonyms of this word and vanish and disappear are antonyms of this particular word. Next word that we have to discuss is endeavor. Endeavor ਦਾ meaning ਕੀ ਹੁੰਦਾ ਹੈ? ਕੋਸ਼ਿਸ਼ ਕਰਨਾ। ਕਿਸੇ ਚੀਜ਼ ਦੇ ਵਿੱਚ ਤੁਸੀਂ ਕੋਸ਼ਿਸ਼ ਕਰ ਰਹੇ ਹੋ ਤਾਂ ਉੱਥੇ ਤੁਸੀਂ ਕੀ ਕਰੋਗੇ? ਯੂਜ਼ ਕਰੋਗੇ ਵਰਡ endeavor ਦਾ। endeavor ਦੇ ਲਈ synonym word ਨੇ attempt or effort। ਐਫਰਟ ਦਾ ਆਪਾਂ ਯੂਜ਼ ਕਰਦੇ ਹਾਂ, ਐਫਰਟ ਕਰੇ ਜਾ ਰਹੇ ਆ ਮਤਲਬ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਟੈਂਪਟ ਵਰਡ ਵੀ ਤੁਸੀਂ ਬਹੁਤ ਸੁਣਿਆ ਹੋਏਗਾ, ਤਾਂ ਤੁਹਾਡੇ ਵਾਸਤੇ ਐਂਡੇਵਰ ਵਰਡ ਜਿਹੜਾ ਨਿਊ ਹੈ, ਸੋ ਟਰਾਈ ਕਰਿਓ ਕਿ ਹੁਣ ਐਫਰਟ ਤੋਂ ਇਲਾਵਾ ਤੁਸੀਂ ਯੂਜ਼ ਕਰਨਾ ਵਰਡ ਐਂਡੇਵਰ। ਜਿੱਥੇ ਵੀ ਤੁਸੀਂ ਐਫਰਟ ਵਰਡ ਯੂਜ਼ ਕਰੋਗੇ ਟਰਾਈ ਕਰਿਓ ਕਿ ਐਂਡੇਵਰ ਵਰਡ ਹੈ ਜਿਹੜਾ ਤੁਸੀਂ ਉੱਥੇ ਯੂਜ਼ ਕਰਨਾ ਤਾਂ ਕਿ ਤੁਹਾਡੇ ਕੋਲ ਜਿਹੜਾ ਵੋਕੈਬ ਦਾ ਕੁਐਸਚਨ ਤੁਹਾਨੂੰ ਐਵੇਂ ਹੀ ਯਾਦ ਹੋਣਾ। ਜਿਹੜੇ ਵਰਡ ਤੁਸੀਂ ਯੂਜ਼ ਕਰਦੇ ਹੋ ਉਹਨਾਂ ਦੀ ਥਾਂ ਦੇ ਉੱਤੇ ਸਬਸਟੀਟਿਊਸ਼ਨ ਵਰਡ ਹੈ ਜਿਹੜੇ ਤੁਸੀਂ ਯੂਜ਼ ਕਰਨੇ ਆ ਤਾਂ ਕਿ ਤੁਹਾਡੇ ਵੋਕੈਬ ਹੈ ਜਿਹੜੀ ਉਹ ਈਜ਼ੀਲੀ ਰਿਮੈਂਬਰ ਹੋ ਸਕੇ, ਯਾਦ ਕਰ ਸਕੋ ਤੁਸੀਂ। ਹਾਂ ਜਿੱਦਾਂ ਹੁਣ ਆਪਾਂ ਐਂਡੇਵਰ ਵਰਡ ਪੜਿਆ, ਮੀਨਿੰਗ ਕੀ ਹੈ? ਕੋਸ਼ਿਸ਼ ਕਰਨਾ। attempt and efforts are synonym of this word and the antonym word of this word is laziness। ਮਤਲਬ ਤੁਸੀਂ ਕੀ ਹੋ? ਸੁਸਤ ਹੋ ਰਹੇ ਹੋ, ਕੋਈ ਕੋਸ਼ਿਸ਼ ਨਹੀਂ ਕੀਤੀ ਜਾ ਰਹੀ। ਲੇਜ਼ੀਨੈਸ ਕੀ ਆ ਗਿਆ ਆਪਣੇ ਕੋਲੇ? ਐਂਟੀਨਮ ਆ ਗਿਆ ਵਰਡ ਐਂਡੇਵਰ ਦਾ। ਹਾਂਜੀ ਤਾਂ ਨੈਕਸਟ ਵਰਡ ਜਿਹੜਾ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਸੈਨੋਨਿਮ ਐਂਟੀਨਮ ਦੇ ਵਿੱਚ ਦੈਟ ਇਜ਼ ਇਨੋਰਮਸ। ਇਨੋਰਮਸ ਦਾ ਮੀਨਿੰਗ ਕੀ ਹੁੰਦਾ ਹੈ? ਬਹੁਤ ਜ਼ਿਆਦਾ, ਬਹੁਤ ਜ਼ਿਆਦਾ ਹੋਣਾ। ਤਾਂ ਤੁਸੀਂ ਯੂਜ਼ ਕਰੋਗੇ ਵਰਡ ਇਨੋਰਮਸ ਦਾ। ਹੁਣ ਦੇਖੋ ਆਪਣੇ ਕੋਲੇ ਸੈਨੋਨਿਮ ਮੀਨਿੰਗ ਸੈਨੋਨਿਮ ਕੀ ਨੇ ਤੁਹਾਡੇ ਕੋਲੇ? ਸਮਾਨਾਰਥੀ ਸ਼ਬਦ ਕੀ ਨੇ? ਇਮੈਂਸ। ਇਮੈਂਸ ਦਾ ਅਗੇਨ ਮੀਨਿੰਗ ਕੀ ਹੁੰਦਾ? ਬਹੁਤ ਜ਼ਿਆਦਾ ਹੋਣਾ। ਹਿਊਜ ਵਰਡ ਤੁਸੀਂ ਬਹੁਤ ਵਾਰ ਸੁਣਿਆ ਹੋਣਾ, ਇਹਦਾ ਮਤਲਬ ਵੀ ਜ਼ਿਆਦਾ ਹੁੰਦਾ ਹੈ। ਮੈਸਿਵ ਦਾ ਮਤਲਬ ਕੀ ਹੁੰਦਾ ਤੁਹਾਡੇ ਕੋਲੇ? ਅਗੇਨ ਜ਼ਿਆਦਾ ਹੋਣਾ। ਸੋ ਇਮੈਂਸ, ਹਿਊਜ ਐਂਡ ਮੈਸਿਵ ਆਰ synonyms of word enormous and the opposite word of enormous is tiny and negligible। ਟੀਨੀ ਬਹੁਤ ਛੋਟਾ, ਨਿਗਲੀਜੀਬਲ। ਹੁਣ ਆਪਾਂ ਨਿਗਲੀਜੀਬਲ ਕਿੱਥੇ ਯੂਜ਼ ਕਰਦੇ ਹਾਂ? ਜਦੋਂ ਕੋਈ ਚੀਜ਼ ਬਹੁਤ ਜ਼ਿਆਦਾ ਛੋਟੀ ਹੋਵੇ ਆਪਾਂ ਉਹਨੂੰ ਨਿਗਲੈਕਟ ਕਰ ਦਿੰਦੇ ਹਾਂ, ਛੱਡ ਦਿੰਦੇ ਹਾਂ। ਸੋ ਨਿਗਲੀਜੀਬਲ ਕੀ ਆ ਗਿਆ ਆਪਣੇ ਕੋਲੇ? ਐਂਟੀਨਮ ਆ ਗਿਆ ਵਰਡ ਇਨੋਰਮਸ। ਨੈਕਸਟ ਹੈ ਜੋ ਵਰਡ ਤੁਹਾਡੇ ਕੋਲੇ ਫੇਅਰ। ਹੁਣ ਆਪਾਂ ਇਹ ਪਿੱਛੇ ਇੱਕ ਈਡੀਅਮ ਦੇ ਵਿੱਚ ਡਿਸਕਸ ਕਰਕੇ ਆਏ ਹਾਂ ਫੇਅਰ ਐਂਡ ਓਨੈਸਟ ਡੀਲ, ਜਿੱਥੇ ਆਪਾਂ ਕੀਤਾ ਸੀ। ਸੋ ਹੁਣ ਫੇਅਰ ਦਾ ਮੀਨਿੰਗ ਕੀ ਹੋਇਆ? ਇਹੋ ਜਿਹੀ ਚੀਜ਼ ਜਿਹੜੀ ਕਿ ਬਿਨਾਂ ਭੇਦਭਾਵ ਦੇ ਹੋਵੇ, ਮਤਲਬ ਨਿਰਪੱਖ। ਨਿਰਪੱਖ ਵਾਸਤੇ ਤੁਸੀਂ ਯੂਜ਼ ਕਰੋਗੇ ਵਰਡ ਫੇਅਰ ਦਾ। ਆਪਣੇ ਕੋਲੇ ਵਰਡ ਕੀ ਆ ਜਾਣਗੇ? ਅਨਬਾਇਸਡ ਐਂਡ ਰੀਜ਼ਨੇਬਲ synonyms ਨੇ। ਆਪੋਜ਼ਿਟ ਵਰਡ ਹੈ ਜੀ ਤੁਹਾਡੇ ਕੋਲੇ ਅਨਜਸਟ, ਮਤਲਬ ਜਿਹਦੇ ਵਿੱਚ ਭੇਦਭਾਵ ਕੀਤਾ ਜਾਂਦਾ, ਪੱਖਪਾਤ ਕੀਤਾ ਜਾਂਦਾ। ਸੋ ਇਨੋਰਮਸ ਐਂਡ ਫੇਅਰ। ਨੈਕਸਟ ਵਰਡ ਇਜ਼ ਫਟੀਗ। ਫਟੀਗ ਦਾ ਮਤਲਬ ਕੀ ਹੁੰਦਾ? ਹੁਣ ਆਪਾਂ ਕਹਿੰਦੇ ਹੁੰਦੇ ਕਿ ਕਈ ਵਾਰ ਕੰਮ ਕੁਮ ਕਰਨ ਤੋਂ ਬਾਅਦ ਮੈਂ ਤਾਂ ਥੱਕ ਗਿਆ, ਤਾਂ ਉਹ ਵਾਲੀ ਚੀਜ਼ ਦੇ ਵਿੱਚ ਤੁਸੀਂ ਯੂਜ਼ ਕਰੋ ਵਰਡ ਫਟੀਗ ਦਾ। ਫਟੀਗ ਦਾ ਮਤਲਬ ਕੀ ਹੁੰਦਾ ਹੈ? ਟਾਇਰਡਨੈਸ ਐਂਡ weariness। ਟਾਇਰਡਨੈਸ ਦਾ ਮਤਲਬ ਵੀ ਥਕਾਨ ਹੁੰਦਾ ਹੈ, weariness ਦਾ ਮਤਲਬ ਵੀ ਥਕਾਨ ਹੀ ਹੁੰਦਾ ਹੈ। ਨੈਕਸਟ ਜਿਹੜੇ ਤੁਹਾਡੇ ਕੋਲ ਐਂਟੀਨਮ ਵਰਡ ਆ ਜਾਣਗੇ, ਮਤਲਬ ਤੁਹਾਨੂੰ ਤਾਕਤ ਮਿਲੀ ਹੋਈ ਹੈ, ਸਟਰੈਂਥ ਹੈ ਤੁਹਾਡੇ ਕੋਲ। ਸੋ ਸਟਰੈਂਥ ਐਂਡ ਐਨਰਜਾਈਜ਼ ਇਜ਼ ਐਂਟੀਨਮਸ ਆਫ ਦਿਸ word। Next word that we have to discuss is fictitious। ਹੁਣ fictitious ਦਾ ਮਤਲਬ ਕੀ ਹੁੰਦਾ? ਫਿਕਸ਼ਨ ਵਰਡ ਤੁਸੀਂ ਸੁਣਿਆ ਹੋਣਾ। ਹੁਣ ਫਿਕਸ਼ਨ ਕੀ ਹੁੰਦੀ ਹੈ? ਫਿਕਸ਼ਨ ਕਹਾਣੀਆਂ ਹੁੰਦੀਆਂ ਆਪਣੇ ਕੋਲ, ਫਿਕਸ਼ਨ ਸਟੋਰੀਜ਼ ਹੈ ਨਾ। ਤਾਂ ਹੁਣ ਫਿਕਸ਼ਨ ਦਾ ਮੀਨਿੰਗ ਕੀ ਹੁੰਦਾ ਹੈ? ਇਹੋ ਜਿਹੀ ਚੀਜ਼ ਜਿਹਦੀ ਕਲਪਨਾ ਕੀਤੀ ਜਾਂਦੀ ਹੈ, ਇਮੈਜਿਨ ਕੀਤੀ ਜਾਂਦੀ ਹੈ, ਅਸਲ ਦੇ ਵਿੱਚ ਨਹੀਂ ਹੁੰਦੀ। ਸੋ ਫਿਕਸ਼ੀਅਸ ਦਾ ਮੀਨਿੰਗ ਕੀ ਹੁੰਦਾ ਹੈ? ਕਾਲਪਨਿਕ। ਆਪਣੇ ਕੋਲ ਸਿਨੋਨਿਮ ਵਰਡ ਨੇ ਫਾਲਸ, ਬੇਸਡ ਔਨ ਇਮੈਜੀਨੇਸ਼ਨ। ਹੁਣ ਇਮੈਜੀਨੇਸ਼ਨ ਦੇ ਉੱਤੇ ਬੇਸਡ ਹੈ, ਮਤਲਬ ਇਮੈਜਨ ਹੈ ਕੋਈ ਚੀਜ਼ ਮੰਨੀ ਹੋਈ ਹੈ, ਅਸਲ ਦੇ ਵਿੱਚ ਉਹ ਚੀਜ਼ ਨਹੀਂ ਹੈ, ਤਾਂ ਤੁਸੀਂ ਯੂਜ਼ ਕਰੋਗੇ ਫਿਕਸ਼ੀਅਸ ਦਾ। ਸਿਨੋਨਿਮ ਨੇ ਤੁਹਾਡੇ ਕੋਲੇ ਫਾਲਸ ਐਂਡ ਬੇਸਡ ਔਨ ਇਮੈਜੀਨੇਸ਼ਨ। ਆਪੋਜ਼ਿਟ ਵਰਡਸ ਆਰ ਰੀਅਲ ਔਰ ਫੈਕਚੁਅਲ। ਹੁਣ ਫੈਕਟ ਹੁੰਦੇ ਆ ਜਿਹੜੇ ਉਹ ਰੀਅਲ ਹੁੰਦੇ ਆ, ਤਰਕ ਹੁੰਦੇ ਆ ਜਿਹੜੇ ਆਪਣੇ ਕੋਲੇ ਸੱਚੇ ਹੁੰਦੇ ਆ, ਉਹ ਕਲਪਨਾ ਥੋੜੀ ਕੀਤੀ ਜਾਂਦੀ ਉਹਨਾਂ ਦੀ, ਜਾਂ ਇਮੈਜਨ ਥੋੜੀ ਕੀਤੇ ਜਾਂਦੇ ਆ। ਰੀਅਲ ਦਾ ਮਤਲਬ ਹੁੰਦਾ ਹੈ ਅਸਲੀ, ਅਥੈਂਟਿਕ ਵਰਡ ਤੁਸੀਂ ਯੂਜ਼ ਕਰ ਸਕਦੇ ਹੋ। ਸੋ ਤੁਹਾਡੇ ਕੋਲੇ 6 ਸਿਨੋਨਿਮ ਐਂਟੀਨਮ ਹੈ ਜਿਹੜੇ ਆਪਾਂ ਡਿਸਕਸ ਕੀਤੇ ਆ। ਇੱਕ ਵਾਰ ਇਹਨਾਂ ਦੀ ਕੁਇਕ ਰਿਵੀਜ਼ਨ ਲਵਾਂਗੇ। ਹਾਂਜੀ ਤਾਂ ਫਰਸਟ ਵਰਡ ਜਿਹੜਾ ਆਪਾਂ ਡਿਸਕਸ ਕੀਤਾ ਦੈਟ ਇਜ਼ ਇਮਰਜ। ਮਤਲਬ ਕੀ ਹੁੰਦਾ ਤੁਹਾਡੇ ਕੋਲੇ? ਪ੍ਰਗਟ ਹੋਣਾ, ਕਿਸੇ ਚੀਜ਼ ਦਾ ਪੈਦਾ ਹੋਣਾ। synonyms are appear and arise। opposite words are vanish or disappear। next word is endeavor। endeavor ਦਾ ਮਤਲਬ ਕੀ ਹੁੰਦਾ? ਕੋਸ਼ਿਸ਼ ਕਰਨਾ। ਤੁਹਾਡੇ ਕੋਲੇ endorse word ਵੀ ਆ ਸਕਦਾ ਹੈ, ਉਹਦਾ ਵੀ ਸੇਮ ਹੀ ਮੀਨਿੰਗ ਹੈ। ਨੈਕਸਟ ਤੁਹਾਡੇ ਕੋਲ ਜੀ synonym attempt and efforts are synonym of this word and opposite words are laziness। ਤਾਂ laziness ਕੀ ਤੁਹਾਡੇ ਕੋਲੇ ਇਸ word ਦਾ opposite word ਹੈ। ਨੈਕਸਟ ਜਿਹੜਾ word ਆਪਾਂ ਡਿਸਕਸ ਕੀਤਾ that is enormous। enormous ਦਾ ਮਤਲਬ ਕੀ ਹੁੰਦਾ? ਬਹੁਤ ਜ਼ਿਆਦਾ, ਜਾਂ ਕਹਿ ਸਕਦੇ ਹੋ ਵੱਡਾ ਹੋਣਾ। enormous ਦਾ ਮੀਨਿੰਗ ਹੈ ਬਹੁਤ ਜ਼ਿਆਦਾ। immense, huge and massive are synonym। opposite words are tiny and negligible। next word that we have discussed is fair। fair ਦਾ ਮਤਲਬ ਕੀ ਹੁੰਦਾ? ਨਿਰਪੱਖ ਹੋਣਾ। unbiased and reasonable are synonyms of this word and opposite word is unjust। next is
5 number, that is fatigue. Fatigue का मतलब क्या होता है? थकान होना. Tiredness and weariness are synonyms of this word, and the opposite words are strength and energize. Next word is fictitious. Fictitious का मतलब क्या होता है? Fiction तो ਤੁਸੀਂ याद रख लेना. कल्पना होनी, काल्पनिक कोई चीज होना, ਜਿਹੜੀ ਚੀਜ਼ ਤੁਸੀਂ ਮੰਨਦੇ ਹੋ. False and ਆਪਣੇ ਕੋਲ based on imagination are synonyms of this word, and the opposite words are real and factual. I hope ਤੁਹਾਡੇ synonym antonym ਹੈ ਜਿਹੜੇ ਤੁਸੀਂ ਕਵਰ ਕਰ ਲਏ ਹੋਣੇ ਆ. ਨੈਕਸਟ ਟੌਪਿਕ ਜਿਹੜਾ ਆਪਾਂ ਡਿਸਕਸ ਕਰਨ ਜਾ ਰਹੇ ਹਾਂ vocab ਵਿੱਚ, that is spelling errors ਔਰ misspelled ਹੈ ਜਿਹਨੂੰ ਆਪਾਂ ਉਹਨਾਂ ਨੂੰ ਕਹਿ ਦਿੰਦੇ ਹਾਂ. ਤਾਂ spelling error ਤੇ misspelled ਆਪਣੀਆਂ ਪਿਛਲੀਆਂ 3-4 ਕਲਾਸਿਸ ਦੇ ਵਿੱਚ ਜਿਹੜਾ ਆਪਾਂ ਡਿਸਕਸ ਕੀਤਾ. ਨਵਾਂ ਟੌਪਿਕ ਹੈ ਜਿਹੜਾ ਆਪਾਂ ਸਟਾਰਟ ਕੀਤਾ ਸੀ, ਜਿਹਦੇ ਵਿੱਚ ਤੁਹਾਡੇ ਕੋਲ ਕੀ ਆਉਂਦਾ ਹੁੰਦਾ, 4 ਆਪਸ਼ਨ ਦਿੱਤੀਆਂ ਹੁੰਦੀਆਂ. ਪੁੱਛਿਆ ਜਾਂਦਾ ਹੈ ਕਿ ਦੱਸੋ ਕਿ ਇਹਨਾਂ ਦੇ ਵਿੱਚੋਂ ਕਿਹੜਾ ਵਰਡ ਹੈ ਜਿਹੜਾ ਉਹ ਮਿਸਸਪੈਲ ਕੀਤਾ ਹੋਇਆ, ਮਤਲਬ ਗਲਤ ਦਿੱਤਾ ਹੋਇਆ, ਜਾਂ ਫਿਰ ਤੁਹਾਡੇ ਕੋਲ ਆਪਸ਼ਨਸ ਹੁੰਦੀਆਂ ਨੇ 4 ਦੇ ਵਿੱਚੋਂ 3 ਹੈ ਜਿਹੜੇ ਤੁਹਾਡੇ ਕੋਲ ਗਲਤ ਹੁੰਦੇ ਆ ਤੇ ਇੱਕ ਸਹੀ ਹੁੰਦਾ. ਤੇ ਤੁਹਾਨੂੰ ਪੁੱਛਿਆ ਜਾਂਦਾ ਕਿ ਕਰੈਕਟ ਵਰਡ ਹੈ ਜਿਹੜਾ ਉਹ ਕੀ ਹੈ. ਤਾਂ ਹੁਣ ਆਪਣੇ ਕੋਲ ਕੀ ਹੈ, ਨੈਕਸਟ ਵਰਡ ਹੈ ਜਿਹੜਾ ਆਪਾਂ ਦੇਖਾਂਗੇ. ਦੇਖੋ ਜੀ, ਤਾਂ ਹੁਣ ਇੱਕ ਕੁਐਸਚਨ ਬਣਾ ਕੇ ਦਿੱਤਾ ਹੋਇਆ, ਸਿਲੈਕਟ ਦਾ ਮੋਸਟ ਐਪਰੋਪ੍ਰੀਏਟ ਆਪਸ਼ਨ that can substitute the underlined word which has been correctly spelled. ਤਾਂ ਹੁਣ ਆਪਣੇ ਕੋਲ ਇੱਕ ਵਰਡ ਹੈ ਜੋ ਕਿ ਅੰਡਰਲਾਈਨ ਕੀਤਾ ਹੋਇਆ ਹੈ. ਤਾਂ ਹੁਣ ਆਪਾਂ ਦੱਸਣਾ ਕੀ ਹੈ, ਉਹਨੂੰ ਕਰੈਕਟਲੀ ਕਿਸ ਤਰੀਕੇ ਨਾਲ ਸਪੈਲ ਕੀਤਾ ਜਾਏਗਾ. ਤਾਂ ਹੋ ਸਕਦਾ ਉਹ ਪਹਿਲੇ ਸਪੈਲ ਹੈ ਜਿਹੜਾ ਆਪਣੇ ਕੋਲ ਸਹੀ ਕੀਤਾ ਹੋਵੇ, ਬਟ ਕਈ ਵਾਰ ਕੀ ਹੁੰਦਾ ਤੁਹਾਡੇ ਕੋਲ ਐਰਰ ਦਿੱਤੀ ਹੁੰਦੀ ਹੈ, ਉਹ ਵਾਲਾ ਵਰਡ ਜਿਹੜਾ ਗਲਤ ਸਪੈਲ ਕਰਕੇ ਦਿੱਤਾ ਹੁੰਦਾ, ਤੇ ਤੁਸੀਂ ਚੈੱਕ ਕਰਨਾ ਹੁੰਦਾ ਕਿ ਉਹਨਾਂ ਵਿੱਚੋਂ ਸਹੀ ਤਰੀਕੇ ਨਾਲ ਜਿਹੜਾ ਉਹਨੂੰ ਤੁਸੀਂ ਕਿਵੇਂ ਯੂਜ਼ ਕਰੋਗੇ. ਦੇਖੋ ਜੀ, the politician granted that he would create jobs if elected. ਤਾਂ ਹੁਣ ਇਸ ਵਿੱਚ ਆਪਣੇ ਕੋਲ ਇਹ ਕਿ ਸੇਮ ਚੀਜ਼ ਚੱਲਦੀ ਹੈ ਨਾ, ਪੋਲੀਟੀਸ਼ੀਅਨਸ ਹੁੰਦੇ ਆ ਜਿਹੜੇ ਜਦੋਂ ਚੋਣਾਂ ਵਗੈਰਾ ਆਉਂਦੀਆਂ ਹੁੰਦੀਆਂ ਤਾਂ ਉਹ ਕੀ ਕਰਦੇ ਹੁੰਦੇ, ਗਰੰਟੀਆਂ ਦਿੰਦੇ ਹੁੰਦੇ ਆ. ਤਾਂ ਉਹੀ ਵਰਡ ਹੈ ਜਿਹੜਾ ਇੱਥੇ ਯੂਜ਼ ਕੀਤਾ ਗਿਆ, ਗਰੰਟਡ. ਤਾਂ ਗਰੰਟਡ ਦਾ ਮਤਲਬ ਕੀ ਹੈ ਕਿ ਗਰੰਟੀ ਨੂੰ ਕਿਹਾ ਗਿਆ, ਗਰੰਟੀ ਦਿੱਤੀ ਜਾ ਰਹੀ ਹੈ ਕਾਹਦੀ, ਵੀ ਜਦੋਂ ਅਸੀਂ ਜਿੱਤ ਕੇ ਕੀ ਕਰਾਂਗੇ, ਜੌਬਸ ਹੈ ਜਿਹੜੀਆਂ ਤੁਹਾਨੂੰ ਪ੍ਰੋਵਾਈਡ ਕਰਾਂਗੇ. ਹੁਣ ਦੇਖੋ ਤੁਹਾਡੇ ਕੋਲ ਵਰਡ ਲਿਖਿਆ ਹੋਇਆ ਗਰੰਟਡ, ਤਾਂ ਹੁਣ ਤੁਸੀਂ ਚੈੱਕ ਕਰਨਾ ਕਿ ਗਰੰਟਡ ਦੇ ਸਪੈਲਿੰਗ ਸਹੀ ਦਿੱਤੇ ਹੋਏ ਆ ਜਾਂ ਫਿਰ ਗਲਤ ਯੂਜ਼ ਕੀਤਾ ਹੋਇਆ. ਮੀਨਿੰਗ ਕੀ ਇੱਥੇ ਹੈ, ਗਰੰਟੀ ਦਿੰਦੇ ਆ, ਜਿਹਨੂੰ ਆਪਾਂ ਕਹਿੰਦੇ ਪੰਜਾਬੀ ਦੇ ਵਿੱਚ ਗਰੰਟੀ ਦਿਓ ਜਾਂ ਗਰੰਟੀ ਜਿਹੜੀ ਹੈਗੀ ਆਹ ਵਾਲੀ ਚੀਜ਼ ਦਿੱਤੀ ਗਈ ਹੈ, ਤਾਂ ਉੱਥੇ ਤੁਸੀਂ ਗਰੰਟੀ ਵਰਡ ਹੈ ਜਿਹੜਾ ਇੱਥੇ ਯੂਜ਼ ਕੀਤਾ. ਹੁਣ ਇਹਦਾ ਸਪੈਲਿੰਗ ਕੀ ਹੁੰਦਾ, GUARANTEE. ਬੇਸਿਕਲੀ ਦੇਖਿਆ ਜਾਵੇ ਤਾਂ ਤੁਹਾਡੇ ਕੋਲੇ ਗਰੰਟੀ ਦੀ ਸਪੈਲਿੰਗ ਇਹ ਹੈ, GUARANTEE. ਹੁਣ ਤੁਹਾਡੇ ਕੋਲੇ ਯੂਜ਼ ਕੀਤਾ ਜਾ ਰਿਹਾ ਸੈਕਿੰਡ ਫਾਰਮ, that is granted, ਤਾਂ ਤੁਸੀਂ ਯੂਜ਼ ਕਰੋਗੇ ਗਰੰਟੀਡ, TEE. ਤਾਂ ਤੁਹਾਡੇ ਕੋਲ ਸੈਕਿੰਡ ਫਾਰਮ ਆ ਜਾਏਗੀ. ਬੇਸਿਕਲੀ ਗਰੰਟੀ ਕੀ ਹੁੰਦਾ, TEE ਹੁੰਦਾ. ਜਦੋਂ ਤੁਸੀਂ ਯੂਜ਼ ਕਰ ਲਓਗੇ ਇਹਨੂੰ ਸੈਕਿੰਡ ਫਾਰਮ ਦੇ ਵਿੱਚ, ਤਾਂ ਉਹ ਸੇਮ ਚੀਜ਼ ਜਿਵੇਂ ਆਪਾਂ ਕਹਿੰਦੇ ਆਸਕ, ਉਵੇਂ ਤੁਹਾਡੇ ਕੋਲ ਗਰੰਟੀ, ਗਰੰਟੇਡ ਤੋਂ ਵਰਡ ਹੈ ਜਿਹੜਾ ਤੁਸੀਂ ਯੂਜ਼ ਕਰਦੇ ਹੋ. ਦੇਖੋ ਜੀ, ਕਿਹੜਾ ਵਾਲਾ ਵਰਡ ਹੈ ਜਿਹੜਾ ਆਪਣੇ ਕੋਲ ਇਸ ਵਰਡ ਦੇ ਨਾਲ ਮੈਚ ਕਰ ਰਿਹਾ ਹੈ. ਫਰਸਟ ਇਜ਼ GUARANTEED. ਸਹੀ ਹੈ, ਸੇਮ ਹੀ ਹੈ ਨਾ, GUARANTEED, ਮਤਲਬ ਤੁਹਾਡੇ ਕੋਲ ਇਹੀ ਆਂਸਰ ਹੈ ਜਿਹੜਾ ਆਪਣੇ ਕੋਲ ਸਹੀ ਹੈ. ਸੈਕੰਡ ਵੀ ਚੈੱਕ ਕਰ ਲਓ, GUARR ਦਾ ਤਾਂ ਯੂਜ਼ ਹੀ ਨਹੀਂ ਹੁੰਦਾ ਆਪਣੇ ਕੋਲ, ਤਾਂ ਸਿੰਗਲ ਆਰ ਯੂਜ਼ ਹੁੰਦੀ ਹੈ, ਸੋ ਇਹ ਗਲਤ ਹੈ. ਥਰਡ ਦੇਖੋਗੇ, GURRANTED, ਇਹ ਵੀ ਗਲਤ ਹੈ, ਡਬਲ ਆਰ ਹੋ ਗਈ. GUARRANTED, ਅਗੇਨ ਤੁਹਾਡੇ ਕੋਲ ਕੀ ਆ ਗਿਆ, ਰੋਂਗ ਆ ਗਿਆ. ਤਾਂ ਤੁਹਾਡਾ ਆਂਸਰ ਇੱਥੇ ਕੀ ਆਊਗਾ, GUARANTEED. ਇਹ ਹੈ ਜਿਹੜਾ ਤੁਹਾਡੇ ਕੋਲ ਸਹੀ ਹੈ. ਮਤਲਬ ਕੀ ਹੁੰਦਾ ਇਹਦਾ, ਗਰੰਟੀ ਦੇਣਾ ਹੋਣਾ. ਗਰੰਟੀ ਦਾ ਤੁਹਾਡੇ ਕੋਲ ਜਿਹੜਾ ਵਰਡ ਦਿੱਤਾ ਹੋਇਆ ਅੰਡਰਲਾਈਨ, ਇਹ ਰੋਂਗ ਯੂਜ਼ ਕੀਤਾ ਹੋਇਆ ਸੀ ਤੇ ਤੁਸੀਂ ਸਹੀ ਤਰੀਕੇ ਨਾਲ ਯੂਜ਼ ਕਰਨਾ ਸੀ. ਤਾਂ ਫਰਸਟ ਆਪਸ਼ਨ ਹੈ ਜਿਹੜੀ ਤੁਹਾਡੀ ਸਹੀ ਦਿੱਤੀ ਹੋਈ ਹੈ. ਸੋ ਇਸ ਤਰੀਕੇ ਨਾਲ ਜਿਹੜਾ ਤੁਸੀਂ ਇਹਨੂੰ ਸਪੈਲ ਕਰਨਾ ਹੈ. ਤਾਂ ਹੁਣ ਆਹੀ ਹੈ ਜਿਹੜੇ ਆਪਣੇ ਕੋਲ ਕਾਮਨ ਵਰਡ ਹੁੰਦੇ ਆ, ਜਿਹੜੇ ਆਪਾਂ ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ ਆਪਣਾ ਯੂਜ਼ ਕਰਦੇ ਹਾਂ, ਬਟ ਆਪਾਂ ਨਾ ਜਿਹੜੇ ਸਪੈਲਿੰਗ ਹੈ ਜਿਵੇਂ ਆਪਾਂ ਬੋਲਦੇ ਹਾਂ, ਆਪਾਂ ਉਸੇ ਤਰੀਕੇ ਨਾਲ ਲਿਖਣ ਦੀ ਕੋਸ਼ਿਸ਼ ਕਰਦੇ ਹਾਂ, ਬਟ ਅਸਲ ਦੇ ਵਿੱਚ ਜਿਹੜੇ ਸਪੈਲਿੰਗ ਹੁੰਦੇ ਆ ਉਹ ਗਲਤ ਹੁੰਦੇ ਆ. ਜਿਵੇਂ ਆਪਾਂ ਦੇਖੋ ਡੈਫੀਨੇਸ਼ਨ ਵਰਡ ਬੋਲਦੇ ਹਾਂ, ਇੱਕ ਨਿਊ ਸਪੈਲਿੰਗ ਹੋਰ ਦੇਖ ਲੈਂਦੇ ਆ. ਡੈਫੀਨੇਸ਼ਨ ਬੋਲਣ ਦੇ ਵਿੱਚ ਤਾਂ ਆਪਾਂ ਐਵੇਂ ਬੋਲਦੇ ਹਾਂ, ਡੈਫੀਨੇਸ਼ਨ ਦਾ ਮਤਲਬ ਹੁੰਦਾ ਕਿਸੇ ਚੀਜ਼ ਦੀ ਵਿਆਖਿਆ ਹੋਣਾ ਹਨਾ, ਜਾਂ ਕਿਸੇ ਚੀਜ਼ ਦਾ ਆਪ ਕਹਿ ਲਓ ਸ਼ੀਰਸ਼ ਵਗੈਰਾ ਆਪਾਂ ਜਿਹਨੂੰ ਕਹਿ ਦਿੰਦੇ ਹਾਂ ਬੋਲਣਾ. ਤੇ ਹੁਣ ਇੱਥੇ ਡੈਫੀਨੇਸ਼ਨ ਬੋਲਣ ਦੇ ਵਿੱਚ ਤਾਂ ਆਪਣੇ ਕੋਲ ਇੰਨੇਸ਼ਨ ਆਉਂਦਾ ਪਿੱਛੇ, ਬਟ ਅਸਲ ਦੇ ਵਿੱਚ ਇਹਦੀ ਸਪੈਲਿੰਗ ਹੈ ਜਿਹੜੀ ਡੈਫੀਨੇਸ਼ਨ ਦੇ ਐਵੇਂ ਹੀ ਹੁੰਦੇ. ਕਿਵੇਂ ਹੁੰਦੇ ਜੀ, ਡੈਫੀਨੇਸ਼ਨ DEFINITION. ਅਸਲ ਦੇ ਵਿੱਚ ਸਪੈਲਿੰਗ ਹੈ ਜਿਹੜੀ ਐਵੇਂ ਹੁੰਦੇ ਆ, ਡੈਫੀਨੇਸ਼ਨ ਨਹੀਂ ਹੁੰਦਾ, ਡੈਫੀਨੇਸ਼ਨ ਹੁੰਦਾ. ਬੋਲਣ ਦੇ ਵਿੱਚ ਆਪਾਂ ਜਿਵੇਂ ਲਿਖ ਲੈ ਕਹਿੰਦੇ ਨੇ ਜਿਵੇਂ ਬੋਲਿਆ ਜਾਂਦਾ ਉਵੇਂ ਲਿਖ ਦਿੰਦੇ ਆ, ਬਟ ਅਸਲ ਦੇ ਵਿੱਚ ਜਿਹੜਾ ਉਹ ਉਸ ਤਰੀਕੇ ਨਾਲ ਨਹੀਂ ਆਪਣੇ ਕੋਲ ਲਿਖੇ ਜਾਂਦੇ. ਪ੍ਰੋਨਾਂਸੀਏਸ਼ਨ ਤੇ ਲਿਖਣ ਦੇ ਵਿੱਚ ਜਿਹੜਾ ਕਾਫੀ ਡਿਫਰੈਂਸ ਹੁੰਦਾ ਹੈ. ਹੁਣ ਇੱਥੇ ਦੇਖੋ ਡੈਫੀਨੇਸ਼ਨ, ਤਾਂ ਡੈਫੀਨੇਸ਼ਨ ਹੈ ਜਿਹੜਾ ਇਸ ਤਰੀਕੇ ਨਾਲ ਆਪਣਾ ਗੱਲ ਪ੍ਰੋਨਾਂਸ ਵੀ ਕੀਤਾ ਜਾਂਦਾ ਤੇ ਲਿਖਿਆ ਵੀ ਜਾਂਦਾ, ਐਵੇਂ ਜਿਹੜਾ ਤੁਸੀਂ ਨਹੀਂ ਲਿਖੋਗੇ. ਹਾਂਜੀ, ਤਾਂ ਹੁਣ ਗ੍ਰਾਂਟਡ ਵਰਡ ਆਪਾਂ ਕੀਤਾ. ਆਈ ਹੋਪ ਤੁਹਾਨੂੰ ਜਿਹੜਾ ਸਪੈਲਿੰਗ ਯਾਦ ਹੋ ਗਏ ਹੋਣਗੇ, ਤੇ ਡੈਫੀਨੇਸ਼ਨ ਦੇ ਵੀ ਤੁਸੀਂ ਯਾਦ ਹੀ ਕਰ ਲੈਣੇ, ਬਿਕਾਜ਼ ਇੱਕ ਨਿਊ ਵਰਡ ਹੈ ਜਿਹੜਾ ਆਪਾਂ ਸਿੱਖ ਲਿਆ ਇੱਥੇ. ਦੇਖੋ ਜੀ, ਸੈਕਿੰਡ ਨੰਬਰ, select the most appropriate option that can substitute the underlined word which has been correctly spelled. Again ਤੁਹਾਡੇ ਕੋਲ ਕੀ ਦਿੱਤਾ ਹੋਇਆ, ਇੱਕ ਵਰਡ ਦਿੱਤਾ ਹੋਇਆ ਜੋ ਕਿ ਅੰਡਰਲਾਈਨ ਕੀਤਾ ਹੋਇਆ, ਤੇ ਤੁਸੀਂ ਉਹਦੇ ਸਪੈਲਿੰਗ ਹੈ ਜਿਹੜੇ ਉਹ ਸਹੀ ਕਰਕੇ ਦੱਸਣੇ ਆ. ਦੇਖੋ ਜੀ, ਕਿਹੜੇ ਵਾਲੇ ਸਪੈਲਿੰਗ ਹੈ ਜਿਹੜੇ ਤੁਹਾਡੇ ਕੋਲੇ ਸਹੀ ਹੈ. They denied having an association with the terrorists. ਤਾਂ ਹੁਣ ਉਹਨਾਂ ਨੇ ਕੀ ਕੀਤਾ, ਸੇਮ ਚੀਜ਼ ਐਸੋਸੀਏਸ਼ਨ ਵਰਡ ਯੂਜ਼ ਕੀਤਾ. ਐਸੋਸੀਏਸ਼ਨ ਦਾ ਮਤਲਬ ਕੀ ਹੁੰਦਾ, ਕਿਸੇ ਚੀਜ਼ ਨਾਲ ਸਹਿਯੋਗ ਵਗੈਰਾ ਹੋਣਾ ਹਨਾ, ਐਸੋਸੀਏਸ਼ਨ. ਤਾਂ ਹੁਣ ਦੇਖੋ ਸਪੈਲਿੰਗ ਕੀ ਯੂਜ਼ ਕੀਤੀ, ASSOCIASION.
ਆਪਾਂ ਨੂੰ ਪਤਾ ਹੈਗਾ ਸਪੈਲਿੰਗ ਹੁੰਦੇ ਨਹੀਂ ਬਿਕਾਜ਼ TION ਦਾ ਯੂਜ਼ ਹੁੰਦਾ। ਸੈਕੰਡ ਚੀਜ਼ ਤੁਸੀਂ ਚੈੱਕ ਕਰੋ ਸਪੈਲਿੰਗ ਕਿਹੜੇ ਸਹੀ ਹੋਣਗੇ। ASSOCIATION ਤਾਂ ਇਹ ਹੈ ਸਪੈਲਿੰਗ ਐਸੋਸੀਏਸ਼ਨ ਦੇ। ਤਾਂ ਦੇਖੋ ਹੁਣ ਕਿਹੜੀ ਵਾਲੀ ਆਪਸ਼ਨ ਜਿਹੜੀ ਤੁਹਾਡੇ ਕੋਲ ਸਹੀ ਆ। ਫਰਸਟ ਇਜ਼ ASSOCIATION। ਆਈ ਹੋਪ ਇਹੀ ਹੈ ਨਾ। ਦੇਖੋ ਇਹੀ ਹੈ ਜਿਹੜਾ ਤੁਹਾਡਾ ਆਂਸਰ ਹੈ। ਐਸੋਸੀਏਸ਼ਨ ਦੇ ਸਪੈਲਿੰਗ ਐਵੇਂ ਹੀ ਪ੍ਰੋਨਾਂਸ ਕੀਤੇ ਜਾਂਦੇ ਆ ASSOCIATION। सेकंड चेक कर लो ASO सिंगल एस दी हुई है अगेन रॉन्ग है। सिंगल एस है अगेन रॉन्ग है। लास्ट चेक करो ASSO इथे सी होनी चाहिए सी सीएशन अगे तुहाडे कोल ए भी की हो गया रॉन्ग हो गया। सो ए आंसर है जेड़ा तुहाडा इथे भी जेड़ा सही है वो है ए ऑप्शन दैट इज एसोसिएशन दी स्पेलिंग है जेड़ा तुहाडे इस तरीके नाल प्रोनाउंस कीते जाणगे लिखे जाण। हाँ जी तो नेक्स्ट है जेड़ा तुहाडा कोल टॉपिक ਆਪਾਂ डिस्कस कर ले वन वर्ड सब्स्टिट्यूशन इडियम फ्रेजेस एंड स्पेलिंग एरर्स प्लस ਆਪਾਂ स्पेलिंग एरर्स भी चेक कर ले। ਹੁਣ ਆਪਾਂ ਕੀ ਕਰਨੀ ਹੈ ਕੁਝ ਪ੍ਰੈਕਟਿਸ ਕੁਐਸਚਨ ਹੈ ਜਿਹੜੇ ਉਹ ਡਿਸਕਸ ਕਰ ਲੈ। ਹਾਂਜੀ ਤਾਂ ਫਰਸਟ ਕੁਐਸਚਨ ਇਸ ਤਰ੍ਹਾਂ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਸਿਲੈਕਟ ਦਾ ਮੋਸਟ ਐਪਰੋਪ੍ਰੀਏਟ ਸਿਨੋਨਿਮ ਆਫ ਦਾ ਗਿਵਨ ਵਰਡ। ਵਰਡ ਹੈ ਤੁਹਾਡੇ ਕੋਲ ਇਨੋਰਮਸ ਇਹਨੇ ਕੀ ਹੁੰਦਾ ਹੈ ਕਿਸੇ ਚੀਜ਼ ਦਾ ਜ਼ਿਆਦਾ ਹੋਣਾ। ਇਨੋਰਮਸ ਦਾ ਮਤਲਬ ਹੁੰਦਾ ਹੈ ਜ਼ਿਆਦਾ ਹੋਣਾ। हाँ, तो हम की मीनिंग है इनॉर्मस का सिनोनिम फाइंड आउट करो। फिर समानार्थी शब्द देखोगे सेम मीनिंग का वर्ड देखोगे सेम मीनिंग का वर्ड देखोगे तो चेक करो ਤੁਹਾਡੇ ਕੋਲੇ ਕੀ ਵਰਡ ਹੈ ਟਿਨੀ ਹਿਊਜ ਡਵਾਰਫ ਔਰ ਨਿਗਲੀਜੀਬਲ। ਟਿਨੀ ਦਾ ਮਤਲਬ ਤਾਂ ਛੋਟਾ ਹੁੰਦਾ ਹੈ ਹਿਊਜ ਵੀ ਆਪਣੇ ਕੋਲ ਵੱਡਾ ਹੁੰਦਾ ਹੈ ਡਵਾਰਫ ਦਾ ਮਤਲਬ ਵੀ ਅਗੇਨ ਛੋਟਾ ਹੋਣਾ ਬੋਲਣਾ ਜਾਂ ਹੋਣਾ। ਤੁਹਾਡੇ ਕੋਲੇ ਨੈਕਸਟ ਵਰਡ ਹੈ ਜੀ ਨੈਗਲੀਜੀਬਲ। ਤਾਂ ਹੁਣ ਨੈਗਲੀਜੀਬਲ ਮੈਂ ਤੁਹਾਨੂੰ ਦੱਸਿਆ ਸੀ ਨਿਗਲੈਕਟ ਕੀਤੀ ਜਾ ਸਕਦੀ ਹੈ ਜਿਹੜੀ ਚੀਜ਼ ਤੁਹਾਨੂੰ ਨੈਗਲੀਜੀਬਲ ਕਹਿ ਦਿੰਦੇ ਹੋ ਤੁਸੀਂ ਤਾਂ ਨਿਗਲੈਕਟ ਵੀ ਉਹੀ ਚੀਜ਼ ਕੀਤੀ ਜਾਏਗੀ ਨਾ ਜਿਹੜੀ ਬਹੁਤ ਛੋਟੀ ਹੋਏਗੀ। ਵੱਡੀਆਂ ਚੀਜ਼ਾਂ ਤਾਂ ਆਪਾਂ ਨਿਗਲੈਕਟ ਵੀ ਨਹੀਂ ਕਰ ਸਕਦੇ। ਤਾਂ ਸੋ ਆਪਣੇ ਕੋਲੇ ਇਨੋਰਮਸ ਦਾ ਸਿਨੋਨਿਮ ਪੁੱਛਿਆ ਗਿਆ ਸੇਮ ਮੀਨਿੰਗ ਦਾ ਵਰਡ ਪੁੱਛਿਆ ਗਿਆ ਤਾਂ ਤੁਹਾਡੇ ਕੋਲੇ ਸਿਰਫ ਬੀ ਆਪਸ਼ਨ ਹੈ ਜਿਹੜੀ ਆਨਸਰ ਹੋਏਗੀ ਦੈਟ ਇਜ਼ ਹਿਊਜ। ਤਾਂ ਹੁਣ ਆਪਾਂ ਕੀ ਦੇਖਿਆ ਆਹ ਵਾਲੇ ਕੁਐਸਚਨ ਤੋਂ ਆਪਾਂ ਨੇ ਇੱਕ ਚੀਜ਼ ਹੈ ਜਿਹੜੀ ਪਤਾ ਲੱਗ ਗਈ ਕਿ vocab ਦਾ ਜ਼ਿਆਦਾਤਰ ਪੋਰਸ਼ਨ ਜਿਹੜਾ ਹੁੰਦਾ ਤੁਹਾਡੇ ਕੋਲੇ ਉਹ ਤੁਸੀਂ ਆਪਸ਼ਨ ਦੇ ਥਰੂ ਹੈ ਜਿਹੜਾ ਉਹ ਕਰ ਸਕਦੇ ਹੋ ਸੋਲਵ ਹੈ ਜਿਹੜਾ ਆਪਸ਼ਨ ਥਰੂ ਉਹ ਕੀਤਾ ਜਾ ਸਕਦਾ ਹੈ। ਫॉर एग्जांपल ਤੁਹਾਡੇ ਕੋਲ ਕੋਈ ਇਨੋਰਮਸ ਵਰਡ ਸੀ ਤੁਸੀਂ ਫਾਈਂਡ ਆਊਟ ਕਰਨਾ ਸੀ ਸੇਮ ਮੀਨਿੰਗ ਦਾ ਵਰਡ ਦੈਟ ਇਜ਼ ਸਿਨੋਨਿਮ ਆਫ ਦਿਸ ਵਰਡ। ਤਾਂ ਤੁਸੀਂ ਚੈੱਕ ਕੀਤਾ ਚਾਰੇ ਆਪਸ਼ਨ ਦੇਖੀਆਂ ਚਾਰਾਂ ਦੇ ਵਿੱਚ ਤੁਹਾਡੇ ਕੋਲ ਤਿੰਨ ਆਪਸ਼ਨਸ ਨੇ ਜਿਹੜੀਆਂ ਟਿਨੀ ਡਵਾਰਫ ਐਂਡ ਨਿਗਲੀਜੀਬਲ ਤਿੰਨਾਂ ਦਾ ਸੇਮ ਮੀਨਿੰਗ ਹੈ ਛੋਟਾ ਹੋਣਾ। ਹੁਣ ਤਿੰਨ ਤਾਂ ਤੁਹਾਡੇ ਕੋਲੇ ਆਂਸਰ ਹੋ ਨਹੀਂ ਸਕਦੇ ਜਾਂ ਤਿੰਨ ਤੁਹਾਨੂੰ ਲਾ ਲਓ ਤੁਹਾਡੇ ਕੋਲੇ ਟਿਨੀ ਦਾ ਮੀਨਿੰਗ ਤੁਹਾਨੂੰ ਨਹੀਂ ਪਤਾ ਤੁਹਾਨੂੰ ਹਿਊਜ ਦਾ ਮੀਨਿੰਗ ਨਹੀਂ ਪਤਾ ਵਾਵ ਦਾ ਮੀਨਿੰਗ ਨਹੀਂ ਪਤਾ ਨਿਗਲੀਜੀਬਲ ਦਾ ਮੀਨਿੰਗ ਨਹੀਂ ਪਤਾ ਤਾਂ ਤੁਸੀਂ ਚੈੱਕ ਕੀ ਕਰੋਗੇ ਚਾਰੇ ਆਪਸ਼ਨ ਨੂੰ ਇੱਕ ਵਾਰ ਹੈ ਜਿਹੜਾ ਧਿਆਨ ਨਾਲ ਪੜੋਗੇ ਤਾਂ ਦੇਖੋਗੇ ਕਿ ਕਿੰਨਾ ਇਹਨਾਂ ਦੇ ਵਿੱਚੋਂ ਜਿਹੜੇ ਆਪਣੇ ਕੋਲੇ ਇੱਕੋ ਜਿਹੇ ਵਰਡ ਲੱਗ ਰਹੇ ਹੋਏ ਤੁਹਾਨੂੰ ਜਿਵੇਂ ਆਪਾਂ ਸਿੰਪਲ ਕਹਿ ਰਹੇ ਨਿਗਲੀਜੀਬਲ ਵਾਵ ਦਾ ਮੀਨਿੰਗ ਹੈ ਤੁਹਾਡੇ ਕੋਲੇ ਸੇਮ ਹੁੰਦਾ ਹੈ ਟਿਨੀ ਦਾ ਮੀਨਿੰਗ ਇਹਦੇ ਕੈਟਾਗਰੀ ਦੇ ਵਿੱਚ ਆ ਜਾਂਦਾ ਹੈ ਤਾਂ ਇੱਕੋ ਵਰਡ ਹੈ ਜਿਹੜਾ ਤੁਹਾਡੇ ਕੋਲੇ ਆਪੋਜ਼ਿਟ ਚੱਲ ਰਿਹਾ ਹਿਊਜ ਤਾਂ ਤੁਸੀਂ ਕੀ ਕਰੋਗੇ ਸਿੰਪਲ ਟਿਕ ਕਰ ਦੋਗੇ ਵੀ ਆਪਸ਼ਨ ਦੈਟ ਇਜ਼ ਗੁੱਡ। ਤਾਂ ਤੁਹਾਡੇ ਕੋਲ ਜਿਹੜਾ ਐਵੇਂ ਵੀ ਹੈ ਜਿਹੜਾ ਤੁਸੀਂ vocab ਦਾ ਪੋਰਸ਼ਨ ਹੈ ਜਿਹੜਾ ਉਹ ਕਵਰ ਕਰ ਸਕਦੇ ਹੋ। ਆਪਸ਼ਨ ਥਰੂ ਹੈ ਜਿਹੜਾ ਤੁਸੀਂ ਜ਼ਰੂਰ ਜਾਣਾ ਹੈ ਆਪਸ਼ਨ ਜ਼ਰੂਰ ਚੈੱਕ ਕਰਨੀ ਹੈ ਜਦੋਂ ਵੀ ਕਿਸੇ ਵਰਡ ਦਾ ਸਿਨੋਨਿਮ ਜਾਂ ਫਿਰ ਐਂਟੋਨਿਮ ਜਾਂ ਫਿਰ ਤੁਸੀਂ ਸੇਮ ਚੀਜ਼ ਹੈ ਜਿਹੜੀ ਇਡੀਅਮ ਫਰੇਜ਼ਲ ਤੇ ਵਨ ਵਰਡ ਸਬਸਟੀਟਿਊਸ਼ਨ ਦੇ ਵਿੱਚ ਵੀ ਅਪਲਾਈ ਕਰ ਸਕਦੇ ਹੋ। ਤੇ ਜਿਹੜਾ ਚੌਥਾ ਆਪਸ਼ਨ ਜਿਹੜਾ ਤੁਹਾਡੇ ਕੋਲ ਚੌਥੀ vocab ਪੋਰਸ਼ਨ ਰਹਿ ਜਾਂਦੀ ਹੈ ਸਪੈਲਿੰਗ ਐਰਰਸ ਦੀ ਉਹ ਤਾਂ ਤੁਸੀਂ ਕਰਨੀ ਹੀ ਆਪਸ਼ਨ ਤੋਂ ਹੈ। ਆਪਸ਼ਨ ਤੋਂ ਇਲਾਵਾ ਤੁਸੀਂ ਸਿੰਪਲ ਹੈ ਜਿਹੜਾ ਵਰਡ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਪਹਿਲਾਂ ਆਪਸ਼ਨ ਚੈੱਕ ਕਰੋਗੇ ਇਸ ਤੋਂ ਬਾਅਦ ਜਿਹੜਾ ਤੁਸੀਂ ਵਰਡ ਦੇਖੋਗੇ ਕਿ ਕਿਹੜੇ ਦੇ ਵਿੱਚ ਸਪੈਲਿੰਗ ਮਿਸਟੇਕ ਹੈ। हाँ जी तो नेक्स्ट वर्ड जो ਆਪਾਂ डिस्कस करना है जी दैट इज एंटोनिम ऑफ द गिवन वर्ड ਕੀ ਹੈ ਤੁਹਾਡੇ ਕੋਲੇ फटीग। तो फटीग ਦਾ मीनिंग ਕੀ ਸੀ ਅੱਜ ਇਹ ਡਿਸਕਸ ਕਰਕੇ ਹਟੇ ਆ ਕੀ ਮੀਨਿੰਗ ਹੁੰਦਾ ਇਹਦਾ ਥਕਾਨ ਹੋਣਾ ਥੱਕ ਜਾਣਾ ਤਾਂ ਫਟੀਗ ਹੈ ਜਿਹੜਾ ਤੁਹਾਡੇ ਕੋਲੇ ਮੀਨਿੰਗ ਹੈ ਜਿਹੜਾ ਥਕਾਨ ਹੋਣਾ ਹੁਣ ਤੁਸੀਂ ਫਾਈਂਡ ਆਊਟ ਇਹਦਾ ਸਿਨੋਨਿਮ ਨਹੀਂ ਫਾਈਂਡ ਆਊਟ ਕਰਨਾ ਕੀ ਫਾਈਂਡ ਆਊਟ ਕਰਨਾ ਐਂਟੋਨਿਮ ਫਾਈਂਡ ਆਊਟ ਕਰਨਾ। ਮੀਨਿੰਗ ਕੀ ਹੁੰਦਾ ਆਪੋਜ਼ਿਟ ਮੀਨਿੰਗ ਨਾਲ। ਹੁਣ ਇਹ ਚੀਜ਼ ਵੀ ਤੁਸੀਂ ਨੋਟ ਕਰੋਗੇ ਕਿ ਤੁਹਾਡੇ ਕੋਲੇ ਜੇ ਸਿਨੋਨਿਮ ਪੁੱਛਿਆ ਤਾਂ ਤੁਸੀਂ ਦੇਖੋਗੇ ਕਿ ਸਿਨੋਨਿਮ ਕਿਹੜਾ ਹੈ ਐਂਟੋਨਿਮ ਪੁੱਛਿਆ ਤਾਂ ਤੁਸੀਂ ਐਂਟੋਨਿਮ ਫਾਈਂਡ ਆਊਟ ਕਰੋਗੇ। ਕਈ ਵਾਰ ਕਹਿੰਦਾ ਤੁਹਾਡੇ ਕੋਲੇ ਸੇਮ ਹੈ ਜਿਹੜੇ ਨਾਲ ਨਾਲ ਦਿੱਤੇ ਪਏ ਹੁੰਦੇ ਸਿਨੋਨਿਮ ਫਾਈਂਡ ਆਊਟ ਕਰੋ ਜਾਂ ਐਂਟੋਨਿਮ ਫਾਈਂਡ ਆਊਟ ਕਰੋ ਪੇਪਰ ਦੇ ਵਿੱਚ ਤੇ ਤੁਸੀਂ ਉੱਪਰਲੇ ਦੇ ਵਿੱਚ ਜਿਵੇਂ ਸਿਨੋਨਿਮ ਫਾਈਂਡ ਆਊਟ ਕਰਕੇ ਆਏ ਸੈਕੰਡ ਦੇ ਵਿੱਚ ਵੀ ਸਿਨੋਨਿਮ ਹੀ ਹੈ ਜਿਹੜਾ ਟਿਕ ਕਰ ਦਿੰਦੇ ਇਹ ਆਪਣੀ ਮੈਂਟੈਲਿਟੀ ਹੈ ਥੋੜੀ ਜਿਹੀ ਐਸੇ ਤਰੀਕੇ ਨਾਲ ਚੱਲਦੇ ਆਪਾਂ ਕਿ ਇੱਕ ਵਾਰ ਸਿਨੋਨਿਮ ਫਾਈਂਡ ਆਊਟ ਕਰਨਾ ਤੇ ਦੂਜੇ ਦੇ ਉੱਤੇ ਵੀ ਧਿਆਨ ਜ਼ਿਆਦਾਤਰ ਆਪਣਾ ਸਿਨੋਨਿਮ ਦੇ ਵਿੱਚ ਹੀ ਜਾਂਦਾ ਹੈ। ਸੋ ਜਿਹੜਾ ਹੈ ਕੁਐਸਚਨ ਨੂੰ ਧਿਆਨ ਨਾਲ ਪੜ੍ਹਨਾ ਕਿ ਤੁਹਾਨੂੰ ਸਿਨੋਨਿਮ ਪੁੱਛਿਆ ਜਾ ਰਿਹਾ ਜਾਂ ਫਿਰ ਐਂਟੋਨਿਮ ਪੁੱਛਿਆ ਜਾ ਰਿਹਾ। ਹੁਣ ਇੱਥੇ ਦੇਖੋ ਤੁਹਾਡੇ ਤੋਂ ਐਂਟੋਨਿਮ ਪੁੱਛਿਆ ਜਾ ਰਿਹਾ ਦੈਟ ਇਜ਼ ਆਪੋਜ਼ਿਟ ਮੀਨਿੰਗ ਦਾ ਵਰਡ ਪੁੱਛਿਆ ਜਾ ਰਿਹਾ ਹੈ। ਫਟੀਗ ਦਾ ਆਪੋਜ਼ਿਟ ਮੀਨਿੰਗ ਕੀ ਹੁੰਦਾ ਜੀ ਤੁਹਾਡੇ ਕੋਲ ਥਕਾਨ ਦਾ ਆਪੋਜ਼ਿਟ ਕੀ ਹੋਏਗਾ ਤਾਕਤਵਰ ਹੋਣਾ। ਸੋ ਸਟਰੈਂਥ ਕੰਟਰੋਲ ਵੀਕਨੈਸ ਔਰ ਥ੍ਰੈਟ ਤੁਹਾਡੇ ਕੋਲ ਚਾਰ ਆਪਸ਼ਨਸ ਨੇ ਕਿਹੜੀ ਆਪਸ਼ਨ ਆਨਸਰ ਆਏਗੀ ਸਟਰੈਂਥ ਹੈ ਜਿਹੜਾ ਤੁਹਾਡੇ ਕੋਲੇ ਆਨਸਰ ਆ ਜਾਏਗਾ ਸਟਰੈਂਥ ਦਾ ਮਤਲਬ ਸਟਰੋਂਗ ਹੋਣਾ ਤਾਕਤਵਰ ਹੋਣਾ। ਸੋ ਇਹ ਹੈ ਜਿਹੜੀ ਆਪਸ਼ਨ ਤੁਹਾਡਾ ਆਨਸਰ ਹੈ। नेक्स्ट क्वेश्चन है जेड़ा तुझे सॉल्व करना है दैट इज सिलेक्ट द मोस्ट एप्रोप्रिएट वन वर्ड फॉर द अंडरलाइन फ्रेज। हुण तुहानू एक फ्रेज दी हुई है हालांकि ये अंडरलाइन नहीं की हुई। हाँ जी तो हम आप अंडरलाइन कर ही लेने। देखो जी अ सोल्जर हु फाइट्स फॉर द सेक ऑफ
ਮਨੀ ਤਾਂ ਹੁਣ ਇਹੋ ਜਿਹਾ ਸੋਲਜਰ ਜਿਹੜਾ ਕਿ ਆਪਣੇ ਕੋਲੇ ਮਨੀ ਵਾਸਤੇ ਲੜਾਈ ਕਰਦਾ ਹੈ ਤਾਂ ਉਹਨੂੰ ਕੀ ਕਿਹਾ ਜਾਂਦਾ ਜੀ ਮਰਸੈਨਰੀ ਕਿਹਾ ਜਾਂਦਾ ਹੈ। ਮਰਸੈਨਰੀ ਕਿਹਾ ਜਾਂਦਾ ਹੈ। ਆਪਾਂ ਅੱਜ ਦੀ ਕਲਾਸ ਦੇ ਵਿੱਚ ਹੀ ਡਿਸਕਸ ਕੀਤਾ ਕਿ ਮਰਸੈਨਰੀ ਵਰਡ ਯੂਜ਼ ਕੀਤਾ ਜਾਂਦਾ ਹੈ ਇਹੋ ਜਿਹੇ ਸੋਲਜਰ ਦੇ ਲਈ ਜੋ ਕਿ ਮਨੀ ਦੇ ਲਈ ਲੜਦਾ ਹੈ। ਇੱਕ ਤਾਂ ਆਪਣੇ ਕੋਲੇ ਸੋਲਜਰ ਹੁੰਦੇ ਆ ਜਿਹੜੇ ਕਿ ਦੇਸ਼ ਭਗਤੀ ਦੇ ਲਈ ਲੜਦੇ ਆ ਦੇਸ਼ ਦੇ ਲਈ ਆਪਣੇ ਕੁਰਬਾਨੀ ਦਿੰਦੇ ਆ ਬਟ ਕੁਛ ਕੁ ਕੀ ਹੁੰਦੇ ਆ ਤੁਹਾਡੇ ਕੋਲੇ ਲੜਦੇ ਆ ਬਟ ਉਹਨਾਂ ਨੂੰ ਕੀ ਹੁੰਦਾ ਹੈ ਪੈਸੇ ਤੱਕ ਮਤਲਬ ਹੁੰਦਾ ਵੀ ਸਾਨੂੰ ਪੈਸੇ ਮਿਲਣਗੇ ਇਸੇ ਕਰਕੇ ਜਿਹੜੀ ਉਹਦੀ ਲੜਾਈ ਕਰਨੀ ਸੋ ਮਰਸੈਨਰੀ ਵਰਡ ਹੈ ਜਿਹੜਾ ਤੁਸੀਂ ਯੂਜ਼ ਕਰਦੇ ਹੋ। ਹਾਂਜੀ ਤਾਂ ਹੁਣ ਦੇਖ ਲਓ ਅਗਰ ਵਰਡ ਤੁਹਾਡੇ ਕੋਲੇ ਵੈਟਰਨ ਦਿੱਤਾ ਹੋਇਆ ਤਾਂ ਵੈਟਰਨ ਦਾ ਮੀਨਿੰਗ ਕੀ ਹੁੰਦਾ ਹੈ ਫਾਈਨਲ ਦਾ ਮੀਨਿੰਗ ਕੀ ਹੁੰਦਾ ਹੈ ਮਟੀਰੀਅਲਿਸਟਿਕ ਦਾ ਮੀਨਿੰਗ ਕੀ ਹੁੰਦਾ ਹੈ ਆਪਾਂ ਇਹਨਾਂ ਨੂੰ ਵੀ ਦੇਖ ਲੈਂਦੇ ਹਾਂ। ਵੈਟਰਨ ਕੀ ਹੁੰਦਾ ਹੈ ਜੀ ਕਿਸੇ ਇੱਕ ਫੀਲਡ ਦੇ ਵਿੱਚ ਬਹੁਤ ਜ਼ਿਆਦਾ ਨਿਪੁੰਨ ਹੋਣਾ ਫੋਰ ਐਗਜ਼ਾਮਪਲ ਜਿਵੇਂ ਆਪਾਂ ਕਹਿ ਦਿੰਦੇ ਹਾਂ ਆਪਣੇ ਸੋਲਜਰ ਹੀ ਲਾ ਲਓ ਤਾਂ ਹੁਣ ਸੋਲਜਰ ਕੀ ਨੇ ਤਾਂ ਉਹਨਾਂ ਨੂੰ ਜਿਹਨਾਂ ਨੂੰ ਟ੍ਰੇਨਿੰਗ ਦਿੱਤੀ ਹੋਈ ਹੈ ਐਕਸਪੀਰੀਅੰਸ ਨੇ ਜਿਹੜਾ ਪਰਸਨ ਐਕਸਪੀਰੀਅੰਸਡ ਹੋਵੇ ਕਿਸੇ ਚੀਜ਼ ਦੇ ਵਿੱਚ ਕਿਸੇ ਵੀ ਜੌਬ ਦੇ ਵਿੱਚ ਹੋ ਸਕਦਾ ਹੁਣ ਜ਼ਰੂਰੀ ਨਹੀਂ ਸੋਲਜਰ ਹੀ ਤੁਹਾਡੇ ਵੈਟਰਨ ਹੋਣਗੇ ਤਾਂ ਇਹੋ ਜਿਹਾ ਪਰਸਨ ਜਿਹੜਾ ਕਿ ਕਿਸੇ ਪਾਰਟਿਕੂਲਰ ਫੀਲਡ ਦੇ ਵਿੱਚ ਐਕਸਪੀਰੀਅੰਸਡ ਹੈ ਤਾਂ ਉਹਨੂੰ ਵੈਟਰਨ ਕਿਹਾ ਜਾਏਗਾ। ਨੈਕਸਟ ਇਜ਼ ਪਾਇਨੀਅਰ ਪਾਇਨੀਅਰ ਦਾ ਮਤਲਬ ਕੀ ਹੁੰਦਾ ਹੈ ਕਿਸੇ ਚੀਜ਼ ਦੇ ਵਿੱਚ ਸਾਰਿਆਂ ਨਾਲੋਂ ਪਹਿਲਾਂ ਕੁਝ ਕਰਨ ਵਾਲਾ ਜਿਵੇਂ ਆਪਾਂ ਕਹਿ ਨਹੀਂ ਹੁੰਦੇ ਕਿਸੇ ਚੀਜ਼ ਦੀ ਕਾਢ ਕੱਢੀ ਜਾਂਦੀ ਹੈ ਕਿਸੇ ਚੀਜ਼ ਦੀ ਇਨਵੈਂਸ਼ਨ ਕੀਤੀ ਜਾਂਦੀ ਹੈ ਉਹਨੂੰ ਇਨਵੈਂਸ਼ਨ ਕਿਹਨੇ ਕੀਤੀ ਹੈ ਤਾਂ ਉਹ ਪਰਸਨ ਕੀ ਹੈ ਤੁਹਾਡੇ ਕੋਲੇ ਪਾਇਨੀਅਰ ਵਰਡ ਹੈ ਜਿਹੜਾ ਤੁਸੀਂ ਉੱਥੇ ਯੂਜ਼ ਕਰੋਗੇ ਦੈਟ ਇਜ਼ ਨੈਕਸਟ ਇਜ਼ ਮਟੀਰੀਅਲਿਸਟਿਕ ਤਾਂ ਮਟੀਰੀਅਲਿਸਟਿਕ ਦਾ ਮਤਲਬ ਕੀ ਹੁੰਦਾ ਵਾਸਤੂ ਬਾਚੀ ਹੈ ਜਿਹੜਾ ਪਰਸਨ ਆਪਾਂ ਯੂਜ਼ ਕਰ ਸਕਦੇ ਹਾਂ ਇਹੋ ਜਿਹਾ ਪਰਸਨ ਜਿਹੜਾ ਕਿ ਥਿੰਗਸ ਨੂੰ ਆ ਜਿਹੜਾ ਬਹੁਤ ਜ਼ਿਆਦਾ ਪਿਆਰ ਕਰਦਾ ਹੋਵੇ ਮਟੀਰੀਅਲਿਸਟਿਕ ਹੋਵੇ ਚੀਜ਼ਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹੋਵੇ ਤਾਂ ਤੁਸੀਂ ਉੱਥੇ ਮਟੀਰੀਅਲਿਸਟਿਕ ਵਰਡ ਆ ਜਿਹੜਾ ਯੂਜ਼ ਕਰੋਗੇ ਤਾਂ ਹੁਣ ਤੁਹਾਡੇ ਕੋਲ ਕਿਹਦਾ ਵਨ ਵਰਡ ਪੁੱਛਿਆ ਗਿਆ ਸੀ ਸੋਲਜਰ ਦਾ ਜੋ ਕਿ ਪੈਸਿਆਂ ਵਾਸਤੇ ਲੜਦਾ ਹੈ ਤਾਂ ਤੁਸੀਂ ਉਹਦੇ ਲਈ ਯੂਜ਼ ਕਰੋਗੇ ਮਰਸੈਨਰੀ ਵਰਡ ਹਾਂਜੀ ਤਾਂ ਨੈਕਸਟ ਹੈ ਤੁਹਾਡੇ ਕੋਲ ਸਿਲੈਕਟ ਦਾ ਮੋਸਟ ਐਪਰੋਪ੍ਰੀਏਟ ਮੀਨਿੰਗ ਆਫ ਦਾ ਗਿਵਨ ਈਡੀਅਮ ਹੁਣ ਈਡੀਅਮ ਦਿੱਤਾ ਹੈ ਤਾਂ ਤੁਸੀਂ ਫਾਈਂਡ ਆਊਟ ਕਰਨਾ ਹੈ ਐਪਰੋਪ੍ਰੀਏਟ ਮੀਨਿੰਗ ਤਾਂ ਹੁਣ ਤੁਹਾਡੇ ਕੋਲ ਚਾਰ ਆਪਸ਼ਨਸ ਨੇ ਚੈੱਕ ਕਰੋਗੇ ਕਿਹੜਾ ਮੀਨਿੰਗ ਸਹੀ ਹੈ। ਈਡੀਅਮ ਕੀ ਹੈ ਐਟ ਅ ਸਟੋਨਸ ਥਰੋ ਤਾਂ ਹੁਣ ਆਪਾਂ ਅੱਜ ਦੀ ਕਲਾਸ ਦੇ ਵਿੱਚ ਅਗੇਨ ਇਹ ਡਿਸਕਸ ਕੀਤਾ ਹੈ ਤਾਂ ਮੀਨਿੰਗ ਕੀ ਹੁੰਦਾ ਤੁਹਾਡੇ ਕੋਲੇ like throwing a stone at a very short distance, beat someone with a stone, throw a stone at someone। ਤਾਂ ਹੁਣ ਚੈੱਕ ਕਰੋ ਕਿ ਕਿਹੜਾ ਮੀਨਿੰਗ ਹੈ ਤੁਹਾਡੇ ਕੋਲ ਸਹੀ ਹੋਏਗਾ। ਹਾਂਜੀ ਤਾਂ ਹੁਣ ਸਟੋਨ ਦਾ ਮਤਲਬ ਹੁੰਦਾ ਪੱਥਰ ਥਰੋ ਦਾ ਮਤਲਬ ਹੁੰਦਾ ਸੁੱਟਣਾ ਤੇ ਤੁਹਾਨੂੰ ਇਹੀ ਚੀਜ਼ ਜਿਹੜੀ ਮੈਂ ਡਿਸਕਸ ਕਰਵਾਈ ਹੈ ਕਿ ਜੇ ਮੈਂ ਤੁਹਾਨੂੰ ਸਟੋਨ ਦੇਤਾ ਤੇ ਤੁਸੀਂ ਸੁੱਟੋਗੇ ਉਹ ਐ ਤਾਂ ਹੈ ਨਹੀਂ ਕਿ ਤੁਸੀਂ ਇੰਨੀ ਜ਼ਿਆਦਾ ਤਾਕਤ ਹੈ ਤੁਹਾਡੇ ਜਿਹਦੇ ਸਪੇਸ ਦੇ ਵਿੱਚ ਪਹੁੰਚ ਗਏ ਨਹੀਂ ਤੁਸੀਂ ਸਟੋਨ ਸਿੱਟੋਗੇ ਤਾਂ ਤੁਹਾਨੂੰ ਇੰਨੀ ਕਿ ਡਿਸਟੈਂਸ ਦੇ ਵਿੱਚ ਜਾਓਗੇ ਕਿ ਲਗਭਗ ਦਿਖਦਾ ਰਹਿੰਦਾ ਆਪਾਂ ਨੂੰ ਨਾ ਤਾਂ ਸਟੋਨ ਦਾ ਥਰੋ ਅਵੇ ਦਾ ਮਤਲਬ ਕੀ ਹੁੰਦਾ ਤੁਹਾਡੇ ਕੋਲੇ ਕੋਈ ਚੀਜ਼ ਬਹੁਤ ਸ਼ਾਰਟ ਡਿਸਟੈਂਸ ਤੱਕ ਜਾ ਰਹੀ ਹੈ ਐਟ ਅ ਵੈਰੀ ਸ਼ਾਰਟ ਡਿਸਟੈਂਸ ਤੁਹਾਡੇ ਕੋਲੇ ਆਨਸਰ ਹੈ ਸੋ ਬੀ ਆਪਸ਼ਨ ਹੈ ਜਿਹੜੀ ਤੁਹਾਡੇ ਕੋਲੇ ਆਨਸਰ ਹੋਏਗੀ ਤਾਂ ਹੁਣ ਕਈ ਵਾਰ ਕੀ ਹੁੰਦਾ ਕਈ ਵਾਰ ਤੁਸੀਂ ਜਿਹੜੇ ਸਟੂਡੈਂਟ ਹੈ ਇਹ ਵਾਲੇ ਈਡੀਐਮ ਹੈ ਜਿਹੜੇ ਨਹੀਂ ਪੜ੍ਹਦੇ ਹੈਗੇ ਉਹ ਸਿੰਪਲ ਦੇਖ ਲੈਂਦੇ ਆਪਸ਼ਨ ਦੇਖੋ ਤਾਂ ਹੁਣ ਇੱਥੇ ਕੀ ਲਾਈਕ ਥਰੋਇੰਗ ਅ ਸਟੋਨ ਹੁਣ ਸਟੋਨ ਤੋਂ ਥਰੋ ਪਹਿਲੇ ਪੁੱਛਿਆ ਜਾ ਰਿਹਾ ਹੈ ਕਿ ਸਟੋਨ ਨੂੰ ਸੁੱਟਣਾ ਹੁਣ ਇਹ ਇਹਦਾ ਮੀਨਿੰਗ ਹੁਣ ਇੱਥੇ ਵੀ ਥਰੋਇੰਗ ਅ ਸਟੋਨ ਹੀ ਲਿਖਤਾ ਤਾਂ ਫਿਰ ਇੱਥੇ ਤੁਹਾਡੇ ਕੋਲ ਮੀਨਿੰਗ ਕੀ ਹੋਇਆ ਦਾ ਮੀਨਿੰਗ ਤਾਂ ਨਹੀਂ ਨਿਕਲਿਆ ਜਾ ਰਿਹਾ ਤੁਹਾਡੇ ਕੋਲ ਸੀ ਆਪਸ਼ਨ ਚੈੱਕ ਕਰੋ ਬੀਟ ਸਾਮਨ ਵਿਦ ਦ ਸਟੋਨ ਐਟ ਅ ਸਟੋਨ ਟੂ ਥਰੋ ਬੀਟ ਸਾਮਨ ਵਿਦ ਦ ਸਟੋਨ ਨਹੀਂ ਤਾਂ ਤੁਸੀਂ ਹੁਣ ਕਿਸੇ ਨੂੰ ਸਟੋਨ ਨਾਲ ਕੁੱਟਣਾ ਥੋੜੀ ਹੈ ਇੱਥੇ ਤਾਂ ਇਹ ਵੀ ਆਪਸ਼ਨ ਹੈ ਜਿਹੜੀ ਤੁਹਾਡੇ ਕੋਲ ਰੋਂਗ ਹੈ ਥਰੋ ਅ ਸਟੋਨ ਐਟ ਸਾਮਨ ਅਗੇਨ ਤੁਹਾਡੇ ਕੋਲ ਸੀ ਤੇ ਡੀ ਦਾ ਆਪਸ਼ਨ ਸੇਮ ਹੀ ਆ ਗਿਆ ਕਿਸੇ ਨੂੰ ਥਰੋ ਕੀਤਾ ਜਾ ਰਿਹਾ ਸਟੋਨ ਕਿਸੇ ਦੇ ਉੱਪਰ ਮਤਲਬ ਸੇਮ ਹੀ ਚੀਜ਼ ਉਹਨੂੰ ਬੀਟ ਹੀ ਕੀਤਾ ਜਾ ਰਿਹਾ ਸੋ ਸੀ ਡੀ ਆਪਸ਼ਨ ਤੁਹਾਡੇ ਕੋਲ ਰਿਜੈਕਟ ਹੋਏ ਇਹ ਆਪਸ਼ਨ ਹੈ ਤਾਂ ਬਿਲਕੁਲ ਹੀ ਹੈ ਤੁਹਾਡੇ ਕੋਲ ਆਨਸਰ ਨਹੀਂ ਹੈ ਬਿਕਾਜ਼ ਇਹਦਾ ਸੇਮ ਈਡੀਅਮ ਵਾਲਾ ਕੰਮ ਹੀ ਕਰ ਰਹੀ ਹੈ ਤੇ ਲਾਈਕ ਫਰੋਮ ਦ ਸਟੋਨ ਸੋ ਆਪਣੇ ਕੋਲ ਆਪਸ਼ਨ ਕੀ ਆਈ ਬੀ ਆਪਸ਼ਨ ਆਈ ਤਾਂ ਬੀ ਹੈ ਜਿਹੜਾ ਤੁਸੀਂ ਇੱਥੇ ਟਿਕ ਕਰੋਗੇ ਆਈ ਹੋਪ ਤੁਹਾਨੂੰ ਜਿਹੜਾ ਜਿੰਨਾ ਵੀ ਕੁਐਸਚਨ ਆਪਾਂ ਵੋਕੈਬ ਦਾ ਅੱਜ ਦੀ ਕਲਾਸ ਦੇ ਵਿੱਚ ਡਿਸਕਸ ਕੀਤਾ ਉਹ ਕਲੀਅਰ ਹੋ ਗਿਆ ਹੋਵੇਗਾ ਆਪਾਂ ਡਿਸਕਸ ਕੀਤੇ ਵਨ ਵਰਡ ਸਬਸਟੀਟਿਊਸ਼ਨ then we have discussed idiom phrases and some important synonym antonyms ਇਸ ਤੋਂ ਬਾਅਦ ਆਪਾਂ ਸਪੈਲਿੰਗ ਐਰਰਸ ਦੇ ਕੁਐਸਚਨ ਵੀ ਸੋਲਵ ਕੀਤੇ ਦੋ ਕੁਐਸਚਨ ਜਿਹੜੇ ਆਪਾਂ ਦੇਖੇ ਆ ਕਿ ਤੁਹਾਨੂੰ ਕਈ ਵਾਰ ਕੀ ਹੁੰਦਾ ਇੱਕ ਪੂਰੀ ਦੀ ਪੂਰੀ ਲਾਈਨ ਦਿੱਤੀ ਹੁੰਦੀ ਹੈ ਸੈਂਟੈਂਸ ਦਿੱਤਾ ਹੁੰਦਾ ਹੈ ਕੋਈ ਵਰਡ ਅੰਡਰਲਾਈਨ ਕਰਕੇ ਪੁੱਛਿਆ ਜਾ ਰਿਹਾ ਹੁੰਦਾ ਕਿ ਇਹਦੇ ਵਿੱਚੋਂ ਕਿਹੜਾ ਵਰਡ ਹੈ ਜਿਹੜਾ ਜਾਂ ਕਿਹੜਾ ਵਾਲਾ ਵਰਡ ਹੈ ਜਿਹੜਾ ਤੁਹਾਡੇ ਕੋਲ ਸੁਟੇਬਲ ਹੋਏਗਾ ਤੁਸੀਂ ਕੀ ਚੀਜ਼ ਹੈ ਜਿਹੜੀ ਸਬਸਟੀਟਿਊਟ ਕਰੋਗੇ ਤੇ ਉਹਦੇ ਸਪੈਲਿੰਗ ਹੈ ਜਿਹੜੇ ਤੁਹਾਡੇ ਕੋਲ ਸਹੀ ਹੋਣਗੇ ਹਾਂਜੀ ਤਾਂ ਉਹ ਵਾਲਾ ਆਪਾਂ ਕੁਐਸਚਨ ਅੱਜ ਡਿਸਕਸ ਕੀਤਾ ਹੈ ਇਸ ਤੋਂ ਬਾਅਦ ਤੁਹਾਡੇ ਕੋਲੇ ਚਾਰ ਪ੍ਰੈਕਟਿਸ ਕੁਐਸਚਨ ਜਿਹੜੇ ਤੁਸੀਂ ਦੇਖੇ ਆ ਸੈਨੋਨਮ ਦੇਖਿਆ ਐਂਟੋਨਮ ਦੇਖਿਆ ਵਨ ਵਰਡ ਸਬਸਟੀਟਿਊਸ਼ਨ ਐਂਡ ਇਹ ਆਪਣੇ ਕੋਲ ਈਡੀਅਮ ਫਰੇਜ਼ ਦਾ ਮੀਨਿੰਗ ਹੈ ਜਿਹੜਾ ਤੁਸੀਂ ਚੈੱਕ ਕੀਤਾ ਤਾਂ ਇਹਦੇ ਨਾਲ ਹੀ ਜਿਹੜਾ ਆਪਾਂ ਅੱਜ ਦੀ ਕਲਾਸ ਕਵਰ ਕਰਦੇ ਹਾਂ ਆਈ ਹੋਪ ਤੁਹਾਨੂੰ ਕਲਾਸ ਸਮਝ ਆਈ ਹੋਏਗੀ ਸਮਝ ਆ ਗਏ ਹੋਣਗੇ ਸਾਰੇ ਵਰਡ ਜਿੰਨੇ ਵੀ ਆਪਾਂ ਕੀਤੇ ਆ ਤਾਂ ਇਹਨਾਂ ਨੂੰ ਰਿਵਾਈਜ਼ ਹੈ ਜਿਹੜਾ ਜ਼ਰੂਰ ਕਰਦੇ ਰਹਿਣਾ ਬਿਕਾਜ਼ ਵੋਕੈਬ ਦਾ ਪੋਰਸ਼ਨ ਹੈ ਜਿਹੜਾ ਆਪਾਂ ਸਿੰਪਲ ਕਹਿੰਦੇ ਨੇ ਕਿ ਟ੍ਰਿਕੀ ਦਾ ਪੋਰਸ਼ਨ ਹੈ ਜਿੰਨਾ ਇਹਨੂੰ ਰਿਵਾਈਜ਼ ਕਰੋਗੇ ਤਾਂ ਤੁਹਾਡੇ ਕੋਲ ਹੀ ਵੋਕੈਬ ਦੇ ਪੋਰਸ਼ਨ ਦੇ ਕੁਐਸਚਨ ਹੈ ਜਿਹੜੇ ਉਹ ਬਣਨਗੇ ਤਾਂ ਆਈ ਹੋਪ ਤੁਹਾਨੂੰ ਜਿਹੜਾ ਕਲਾਸ ਵਧੀਆ ਲੱਗੀ ਹੋਊਗੀ ਤਾਂ ਜੇ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਐਂਡ ਚੈਨਲ ਨੂੰ ਜਿਹੜਾ ਆਪਣਾ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਹੈ ਆਪਣੇ ਮਿੱਤਰਾਂ ਦੇ ਨਾਲ ਜਿਹੜਾ ਦੋਸਤਾਂ ਦੇ ਨਾਲ ਫਰੈਂਡਸ ਦੇ ਨਾਲ ਉਹਨੂੰ ਸ਼ੇਅਰ ਜ਼ਰੂਰ ਕਰਨਾ ਹੈ ਤਾਂ ਜੋ ਜਿਹੜਾ ਉਹ ਵੀ ਆਪਣਾ ਵੋਕੈਬ ਪੋਰਸ਼ਨ ਆਪਾਂ ਕਹਿ ਲਓ ਸਟਰੋਂਗ ਕਰ ਸਕਣ ਹਾਂਜੀ ਤਾਂ ਮਿਲਦੇ ਹਾਂ ਨੈਕਸਟ ਸੈਸ਼ਨ ਦੇ ਵਿੱਚ ਅੱਜ ਦੇ ਲਈ ਇੰਨਾ ਹੀ ਥੈਂਕ ਯੂ